ਜਦੋਂ ਗ੍ਰੀਨ ਰੈਵੋਲੂਸ਼ਨ ਆਈ ਆ, ਹਰੀ ਕ੍ਰਾਂਤੀ ਆਈ ਆ, ਤਾਂ ਪੰਜਾਬ ਨੇ ਹੀ ਦੇਸ਼ ਨੂੰ ਬਚਾਇਆ ਉਸ ਵੇਲੇ। ਐਡਾ ਵੱਡਾ ਅੰਦੋਲਨ ਜਦੋਂ ਦਾ ਮੁਲਕ ਆਜ਼ਾਦ ਹੋਇਆ, ਕਦੀ ਵੀ ਐਡਾ ਵੱਡਾ ਅੰਦੋਲਨ ਨਹੀਂ ਵਿੱਢਿਆ ਗਿਆ। ਜੇ ਕਾਨੂੰਨਾਂ ਨੂੰ ਉਹ ਨਹੀਂ ਐਕਸੈਪਟ ਕਰਦੇ ਕਿਸਾਨ ਵੀ ਸਾਨੂੰ ਨਹੀਂ ਚਾਹੀਦਾ, ਤੇ ਯਾਰ ਕਿਉਂ ਤੁਸੀਂ ਧੱਕੇ ਨਾਲ ਗਲ 'ਚ ਉਹਨਾਂ ਦੇ ਫਾਹਾ ਪਾਉਣ ਲੱਗੇ? ਔਰ ਕੁਛ ਇੱਦਾਂ ਦੀ ਉੱਥੇ ਨਾ ਕੋਈ ਘਟਨਾ ਵਾਪਰੇ ਜਿਹਦੇ ਨਾਲ ਕਿ ਸਾਡੇ ਪੰਜਾਬੀਆਂ ਦਾ ਅਕਸ ਜਿਹੜਾ ਵਾ ਖਰਾਬ ਹੋ। ਜਦੋਂ ਸਾਰੇ ਵਰਗ ਕਿਸਾਨ ਇਹਨਾਂ ਤੋਂ ਦੁਖੀ ਆ, ਤਾਂ ਫਿਰ ਇਹਨਾਂ ਦੀਆਂ ਸਰਕਾਰਾਂ ਕਿੱਦਾਂ ਬਣਦੀਆਂ ਨੇ? ਇੰਨੇ ਪ੍ਰੋਟੈਸਟ ਚੱਲ ਰਹੇ, ਇਹਨਾਂ ਦਿਨਾਂ ਦੇ ਵਿੱਚ EVM ਦਾ ਵਿਰੋਧ ਕਿਉਂ ਨਹੀਂ ਹੁੰਦਾ? ਹਾਰਨ ਤੋਂ ਬਾਅਦ EVM ਦਾ ਵਿਰੋਧ ਕਿਉਂ ਹੁੰਦਾ? ਨਰਸਿਮਹਾ ਜਿਹੜਾ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ, ਇਹਨਾਂ ਨੇ ਬਕਾਇਦਾ ਕਿਤਾਬ ਲਿਖੀ ਔਰ ਸੁਪਰੀਮ ਕੋਰਟ 'ਚ ਰਿਟ ਪਾਈ ਇਹਨਾਂ ਨੇ। ਇਹ ਤੁਹਾਡੇ ਮੇਰੇ ਸਾਰਿਆਂ ਦੇ ਸਾਡੇ ਟੈਕਸ ਦੇ ਨਾਲ ਇਹ ਜਿਹੜਾ ਮੁਲਕ ਖੜਾ ਹੋਇਆ, ਇਹ ਨਰਿੰਦਰ ਮੋਦੀ ਦੇ ਬਾਪ ਦੀ ਜ਼ਮੀਨ ਨਹੀਂ ਹੈ। ਵੀ ਜਦੋਂ ਕਿਸਾਨ ਵਰਗ, ਮਜ਼ਦੂਰ ਵਰਗ, ਵਪਾਰੀ ਵਰਗ, ਮੁਸਲਿਮ ਸਮਾਜ, ਸਾਡਾ ਬਹੁਜਨ ਸਮਾਜ, ਉਹ ਸਾਰੇ ਲੋਕ ਤੇਰੇ ਤੋਂ ਦੁਖੀ ਨੇ। ਸਾਡੇ ਇੱਥੇ ਉਲਟ ਹੋ ਗਿਆ। ਸਾਡੇ ਇੱਥੇ ਆ ਕੱਪ ਧੋਂਦੇ ਧੋਂਦੇ ਇਹਨੇ ਦੇਸ਼ ਹੀ ਮਾਂਜ ਕੇ ਰੱਖਤਾ ਸਾਰਾ। ਇਹ ਕਿਤੇ 2 4 5 ਸਾਲ ਦਾ ਰੇੜਕਾ ਨਹੀਂ ਹੈਗਾ ਇਹ। ਜਦੋਂ ਤੋਂ ਬਟਵਾਰਾ ਹੋਇਆ 66 ਦੇ ਵਿੱਚ ਸਾਡੇ ਤੋਂ ਹਰਿਆਣਾ ਪਰੇ ਕਰਤਾ ਇਹਨਾਂ ਨੇ। ਇਹ ਬੜੀ ਇੱਕ ਸੋਚੀ ਸਮਝੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਦੀ ਸਰਕਾਰ ਨੇ ਵਿਤਕਰਾ ਕੀਤਾ ਵਾ, ਔਰ ਅੱਜ ਵੀ ਕਰਦੇ ਆ ਰਹੇ ਨੇ। ਕਿਸਾਨਾਂ ਦੀ ਮੀਟਿੰਗ ਅੱਜ ਵੀ ਰਹੀ ਬੇਸਿੱਟਾ। ਸੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਅੰਦੋਲਨ ਜੋ ਆ ਇੱਕ ਵਰਲਡ ਲੈਵਲ ਦੇ ਉੱਤੇ ਜੋ ਇਹ ਅੰਦੋਲਨ ਹੋ ਰਿਹਾ ਆ। ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ, ਪੰਜਾਬ ਤੋਂ ਸ਼ੁਰੂ ਹੁੰਦੇ ਹਰਿਆਣਾ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ। ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਪੂਰੇ ਭਾਰਤ ਦੇ ਜੋ ਲੋਕ ਨੇ, ਪੂਰੇ ਭਾਰਤ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕਿਸਾਨਾਂ ਦਾ ਸਮਰਥਨ ਕੀਤਾ ਆ। ਔਰ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਪੂਰੇ ਭਾਰਤ ਦੇ ਲੋਕ ਖੜੇ ਹੋ ਰਹੇ ਨੇ। ਔਰ BJP ਸਰਕਾਰ ਵੱਲੋਂ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਜੋ ਮੀਟਿੰਗਾਂ ਬੁਲਾਈਆਂ ਜਾ ਰਹੀਆਂ, ਲਗਾਤਾਰ ਇਹ ਮੀਟਿੰਗਾਂ ਬੇਸਿੱਟਾ ਨਿਕਲ ਰਹੀਆਂ ਨੇ। ਸੋ ਮੈਂ ਹਾਂ ਫਲਜਿੰਦਰ ਰੱਤੂ। ਸੋ ਇਸੇ ਵਿਸ਼ੇ 'ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਆਜ਼ਾਦ ਸਮਾਜ ਪਾਰਟੀ ਦੇ ਜੋ ਪੰਜਾਬ ਦੇ ਪ੍ਰਧਾਨ ਨੇ ਸ਼੍ਰੀ ਰਾਜੀਵ ਕੁਮਾਰ ਲਵਲੀ ਜੀ। ਲਵਲੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਫੈਨ ਅੰਬੇਡਕਰ TV ਦੇ ਵਿੱਚ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਲਵਲੀ ਜੀ, ਗੱਲ ਕਰੀਏ ਅੱਜ ਵੀ ਕਿਸਾਨਾਂ ਦੀ ਮੀਟਿੰਗ ਜੋ ਸੀਗੀ ਬੇਸਿੱਟਾ ਰਹੀ। ਸਭ ਤੋਂ ਪਹਿਲਾਂ ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ? ਗੱਲ ਇਹ ਆ ਬਈ, ਇਹ ਜਿਹੜਾ ਕਿਸਾਨੀ ਸੰਘਰਸ਼ ਆ ਜੀ, ਜਦੋਂ ਤੋਂ ਮੁਲਕ ਆਜ਼ਾਦ ਹੋਇਆ, ਖਾਸ ਕਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਸਾਡੇ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਰਿਹਾ ਜੀ। ਇੱਕ ਤਾਂ ਸਾਡੀ ਬਾਰਡਰ ਸਟੇਟ ਆ, ਦੂਏ ਪਾਸੇ ਕਿਸਾਨੀ ਦਾ ਮੁੱਢ ਜਿਹੜਾ ਵੱਝਣਾ ਜੀ, ਦੇਸ਼ ਨੂੰ ਆਤਮ ਨਿਰਭਰ ਬਣਾਉਣਾ, ਉਹਦੇ 'ਚ ਪੰਜਾਬ ਦਾ ਬਹੁਤ ਹੀ ਵਡਮੁੱਲਾ ਯੋਗਦਾਨ ਰਿਹਾ ਜੀ। ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਕਿਸਾਨਾਂ ਦੇ ਉੱਪਰ ਐਡਾ ਕੁ ਤਸ਼ੱਦਦ ਢਾਉਣ ਦਾ ਉਪਰਾਲਾ ਕੀਤਾ ਵੀ ਅੱਜ ਕਿਸਾਨ ਸੜਕਾਂ 'ਤੇ ਆ ਜੀ। ਉਹਨਾਂ ਨੂੰ ਆਪਣੀਆਂ ਪ੍ਰਦੇਸ਼ ਛੱਡ ਕੇ, ਆਪਣੇ ਜ਼ਿਲ੍ਹੇ ਛੱਡ ਕੇ, ਆਪਣੇ ਪਿੰਡ ਛੱਡ ਕੇ ਅੱਜ ਦਿੱਲੀ ਵੱਲ ਨੂੰ ਕੂਚ ਸਾਡਾ ਕਿਸਾਨ ਜਿਹੜਾ ਕਰ ਰਿਹਾ ਵਾ। ਇਹਦੇ ਵਿੱਚ ਮੈਂ ਸਮਝਦਾ ਵਾਂ ਵੀ ਜਿਹੜੀਆਂ ਸਮੇਂ ਦੇ ਹਾਕਮ ਆ, ਉਹਨਾਂ ਨੇ ਕਿਤੇ ਨਾ ਕਿਤੇ ਕਿਸਾਨੀ ਨੂੰ ਅਣਗੌਲਿਆ ਕੀਤਾ। ਔਰ ਕਿਸਾਨ ਅੱਜ ਸਾਡਾ ਜਿਹੜਾ ਵਾ, ਚਾਹੇ ਪੰਜਾਬ, ਹਰਿਆਣਾ, ਰਾਜਸਥਾਨ, ਮੋਰ ਓਵਰ ਦੈਨ ਤੁਹਾਡਾ ਮਹਾਰਾਸ਼ਟਰ, ਇਹ ਸਾਰੇ ਕਿਸਾਨ ਇਕੱਠੇ ਹੋ ਕੇ ਅੱਜ ਦਿੱਲੀ 'ਚ ਧਰਨਾ ਲਈ ਬੈਠੇ ਨੇ, ਕੇਂਦਰ ਸਰਕਾਰ ਨੂੰ ਦੱਸਣ ਦੇ ਲਈ, ਆਪਣੀਆਂ ਮੰਗਾਂ ਮਨਵਾਉਣ ਦੇ ਲਈ। ਲੇਕਿਨ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ, ਜਦੋਂ ਕਿਸਾਨਾਂ ਨੇ ਇੱਥੋਂ 25 ਤਰੀਕ ਨੂੰ 26 ਤਰੀਕ ਨੂੰ ਚਾਲੇ ਪਾਏ ਦਿੱਲੀ ਵੱਲ ਨੂੰ, ਤਾਂ ਹਰਿਆਣੇ ਦੀ BJP ਸਰਕਾਰ ਨੇ, ਜਿਹੜੇ ਉੱਥੇ ਮੁੱਖ ਮੰਤਰੀ ਆ ਮਨੋਹਰ ਲਾਲ ਖੱਟਰ, ਇਹਨਾਂ ਨੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਰਾਹੀਂ
ਉਹਨਾਂ ਦੇ ਉੱਪਰ ਉਹ ਤਸ਼ੱਦਦ ਢਾਇਆ ਜਿਹੜਾ ਮੈਂ ਦੱਸ ਨਹੀਂ ਸਕਦਾ। ਤੁਹਾਡਾ ਇਹੀ ਮੈਂ ਗੱਲ ਰੋਕਣਾ ਚਾਹੁੰਦਾ, ਕੀ ਲੱਗਦਾ ਤੁਹਾਨੂੰ ਕਿ ਆਪਣੀ ਗੱਲ ਨੂੰ ਰੱਖਣ ਦੇ ਲਈ, ਆਪਣੀ ਮੰਗਾਂ ਰੱਖਣ ਦੇ ਲਈ ਵੀ ਪ੍ਰੋਟੈਸਟ ਕਰਨਾ ਪਊਗਾ, ਆਪਣੀਆਂ ਮੰਗਾਂ ਰੱਖਣ ਲਈ ਵੀ ਇਸੇ ਤਰੀਕੇ ਕਰਨਾ ਪਊਗਾ, ਔਰ ਜੇ ਆਪਾਂ ਕਹੀਏ ਡਾਂਗਾ ਸੋਟਿਆਂ ਨਾਲ ਜੋ ਉਹਨਾਂ 'ਤੇ ਵਾਰ ਕੀਤਾ ਗਿਆ, ਪਾਣੀ ਦੀਆਂ ਬੁਛਾਰਾਂ ਪਾਈਆਂ ਗਈਆਂ, ਇਹ ਸਭ ਸਹਿਣਾ ਪਊਗਾ? ਕੀ ਸਰਕਾਰ ਨੂੰ ਕੀ ਲੱਗਦਾ ਕਿ ਮੰਗਾਂ ਜੇ ਆਪਾਂ ਆਪਣੀਆਂ ਰੱਖਦੇ ਹਾਂ ਕਿ ਅਸੀਂ ਕੋਈ ਇੱਦਾਂ ਦਾ ਕੋਈ ਕ੍ਰਿਮੀਨਲ ਕੰਮ ਕਰ ਰਹੇ ਹਾਂ ਕਿ ਜਿਹੜਾ ਸਰਕਾਰ ਕਿਸੇ ਦੇ ਉੱਤੇ 302 ਦੇ ਪਰਚੇ ਪਾ ਰਹੀ ਹੈ, ਕਿਸੇ ਨੂੰ 307 ਪਾ ਰਹੀ ਹੈ, ਕਿਸੇ ਨੂੰ ਕੁਛ ਕਰ ਰਿਹਾ, ਕਿਸੇ ਤੇ ਲਾਠੀਆਂ ਬਰਸਾਈਆਂ ਜਾ ਰਹੀਆਂ? ਕੀ ਅੱਜ ਦੇ ਟਾਈਮ ਦੇ ਵਿੱਚ ਲੋਕ ਆਪਣੀ ਮੰਗ ਵੀ ਨਹੀਂ ਰੱਖ ਸਕਦੇ? ਬਹੁਤ ਵਾਜਬ ਇਹ ਤੁਸੀਂ ਸਵਾਲ ਕੀਤਾ ਫਜਿੰਦਰ ਜੀ। ਮੈਂ ਉਹੀ ਦੱਸ ਰਿਹਾ ਸੀਗਾ ਬਈ ਹਰਿਆਣੇ ਦੀ ਸਰਕਾਰ ਨੂੰ ਕੋਈ ਹੱਕ ਹੀ ਹੈ ਨਹੀਂ ਸੀਗਾ ਵੀ ਸਾਡੇ ਕਿਸਾਨਾਂ ਦੇ ਉੱਪਰ, ਕਿਉਂਕਿ ਉਹ ਰਸਤਾ ਵਾ ਜੀ। ਜੇ ਹਰਿਆਣਾ ਵਿੱਚ ਨਾ ਪੈਂਦਾ ਤਾਂ ਅਸੀਂ ਜਾਣਾ ਹੀ ਨਹੀਂ ਸੀ ਉੱਧਰ ਦੀ ਜੀ। ਇਹਨਾਂ ਨੇ ਜਿਹੜੀ ਪਾਣੀ ਦੀਆਂ ਬੁਛਾਰਾਂ ਮਾਰੀਆਂ, ਅਥਰੂ ਗੈਸ ਦੇ ਗੋਲੇ ਛੱਡੇ, ਲਾਠੀ ਚਾਰਜ ਵੀ ਹੋਇਆ। ਇੰਨੀ ਠੰਡ ਦੇ ਹਾਲਾਤ ਵਿੱਚ ਜਿਹੜੇ ਸਾਡੇ ਬਜ਼ੁਰਗ 60 70 ਸਾਲ ਦੇ, ਸਾਡੀਆਂ ਬੀਬੀਆਂ, ਸਾਡੀਆਂ ਮਾਤਾਵਾਂ, ਭੈਣਾਂ, ਬੱਚੇ ਟਰਾਲੀਆਂ ਦੇ ਵਿੱਚ ਆਪਣਾ ਸਾਜੋ ਸਮਾਨ ਨਾਲ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀਗੇ, ਹਰਿਆਣੇ ਵਾਲਿਆਂ ਨੂੰ ਕੋਈ ਹੱਕ ਹੀ ਨਹੀਂ ਬਣਦਾ ਸੀਗਾ ਬਿਲਕੁਲ ਵੀ ਇਹਨਾਂ ਨੂੰ, ਕਿਉਂਕਿ ਉਹਨਾਂ ਨੇ ਮੇਨ GT ਰੋਡ ਤੋਂ ਜਾਣਾ ਸੀਗਾ। ਔਰ ਇਹ ਜਿਹੜੇ ਉੱਥੇ ਲੋਕ ਬੈਠੇ ਨੇ, ਮੈਂ ਖੱਟਰ ਸਰਕਾਰ ਨੂੰ ਖੱਚਰ ਸਰਕਾਰ ਕਹੂੰਗਾ ਵੀ ਇਹ ਖੱਚਰਾਂ ਦੀ ਸਰਕਾਰ ਆ। ਇਹ ਜਿਹੜੇ ਟੋਲੇ ਇਕੱਠੇ ਹੋਏ ਆ, ਚਾਹੇ ਤੁਸੀਂ UP ਦੀ ਗੱਲ ਕਰੋ, ਚਾਹੇ ਹਰਿਆਣੇ ਦੀ ਗੱਲ ਕਰੋ, ਚਾਹੇ ਦੇਸ਼ ਦੀ ਗੱਲ ਕਰੋ, ਇਹ ਜਿਹੜੇ ਰੰਡਵੇ ਬਿਠਾਤੇ ਨੇ ਹਾਕਮ ਬਣਾ ਕੇ ਸਾਡੇ ਸਿਰਾਂ ਤੇ, ਇਹਨਾਂ ਨੂੰ ਕੀ ਪਤਾ ਵੀ ਕਿਸਾਨੀ ਦਾ ਮੁੱਲ ਕੀ ਆ, ਕਿਸਾਨ ਦੀ ਮਿਹਨਤ ਦਾ ਮੁੱਲ ਕੀ ਆ। ਮੈਂ ਬੜੇ ਇਹ ਅਫਸੋਸ ਨਾਲ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜੀਆਂ ਸਰਕਾਰਾਂ ਨੇ, ਤੁਸੀਂ ਜਿਹੜੀ ਗੱਲ ਕੀਤੀ ਆ ਵੀ ਤਸ਼ੱਦਦ ਢਾਇਆ ਜਾ ਰਿਹਾ, ਬੜੀ ਵਾਜਬ ਗੱਲ ਹੈ। ਇਹ ਸਾਡਾ ਡੈਮੋਕ੍ਰੈਟਿਕ ਮੁਲਕ ਆ, ਦੇਸ਼ ਦਾ ਸੰਵਿਧਾਨ ਆ, ਦੇਸ਼ ਦਾ ਆਈਨ ਆ, ਉਹਦੇ ਨਾਲ ਹੀ ਜਿਹੜਾ ਦੇਸ਼ ਚੱਲਦਾ। ਕਿਤੇ ਤੁਸੀਂ ਯੁਆਪਾ ਲਾ ਰਹੇ ਹੋ, ਕਿਤੇ ਤੁਸੀਂ ਨੈਸ਼ਨਲ ਸਿਕਿਉਰਿਟੀ ਐਕਟ ਲਾ ਰਹੇ ਹੋ, ਕਿਤੇ 307 ਲਾ ਰਹੇ ਹੋ, ਕਿਤੇ ਤੁਸੀਂ ਉਹਨਾਂ ਨੂੰ ਖਾਲਿਸਤਾਨੀ ਅੱਤਵਾਦੀ ਦੱਸਦੇ ਹੋ। ਜੀ, ਬੜੀ ਹੈਰਾਨੀ ਵਾਲੀ ਗੱਲ ਆ ਵੀ ਜੇ ਆਪਣੀਆਂ ਵਾਜਬ ਮੰਗਾਂ ਦੇ ਲਈ ਅਸੀਂ ਪ੍ਰੋਟੈਸਟ ਕਰਨ ਦੇ ਲਈ ਸੜਕਾਂ ਤੇ ਨਹੀਂ ਆ ਸਕਦੇ, ਤਾਂ ਫਿਰ ਇਦਾਂ ਦੀ ਜਿਹੜੀ ਸਰਕਾਰ ਆ, ਇੱਥੇ ਮੈਂ ਫਜਿੰਦਰ ਜੀ ਇੱਕ ਗੱਲ ਹੋਰ ਦੱਸਣੀ ਚਾਹੂੰਗਾ, ਇਹਨਾਂ ਨੂੰ ਲੋਕਾਂ ਦਾ ਡਰ ਖੌਫ ਨਹੀਂ ਹੈਗਾ ਜੀ। ਉਹ ਡਰ ਖੌਫ ਕਿਉਂ ਨਹੀਂ ਆ? ਦੇਖੋ, ਪਹਿਲਾਂ ਵਜ਼ਾਰਤਾਂ ਪਹਿਲਾਂ ਵੀ ਰਹੀਆਂ ਨੇ। ਜਵਾਹਰ ਲਾਲ ਡਰ ਖੌਫ ਦੀ ਅਗਰ ਗੱਲ ਕਰੀਏ ਤਾਂ ਕਿਸਾਨਾਂ ਦੇ ਉੱਤੇ ਜਿੱਦਾਂ ਕਿ ਵਾਟਰ ਕੈਨਨ ਦਾ ਜੋ ਪ੍ਰਯੋਗ ਕੀਤਾ ਗਿਆ, ਬਰਾਬਰ ਅੱਜ ਕਿਸਾਨਾਂ ਨੇ ਵੀ ਤਿਆਰ ਕੀਤਾ ਹੋਇਆ ਹੈ। ਬਿਲਕੁਲ, ਮੈਂ ਉਹੀ ਗੱਲ ਦੱਸ ਰਿਹਾ ਨਾ ਜੀ, ਇਹਨਾਂ ਨੂੰ ਡਰ ਖੌਫ ਹੀ ਹੈ ਨਹੀਂ ਲੋਕਾਂ ਦਾ, ਕਿਉਂਕਿ ਇਹ EVM ਦੇ ਰਾਹੀਂ ਘਪਲੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੇ। ਜੇ ਇਹਨਾਂ ਨੂੰ ਲੋਕਾਂ ਦਾ ਡਰ ਹੁੰਦਾ, ਤੁਸੀਂ ਮੈਨੂੰ ਦੱਸੋ ਕਿਹੜਾ ਇਦਾਂ ਦਾ ਵਰਗ ਆ ਜਿਹੜਾ ਅੱਜ ਇਹਨਾਂ ਤੋਂ ਆਪਣੇ ਆਪ ਨੂੰ ਖੁਸ਼ ਜਾਂ ਸੁਖੀ ਮਹਿਸੂਸ ਕਰ ਰਿਹਾ ਹੋਵੇ। ਤੁਸੀਂ NRC ਦਾ ਮੁੱਦਾ ਚੱਕ ਲਓ, GST ਚੱਕ ਲਓ, ਨੋਟਬੰਦੀ ਚੱਕ ਲਓ, ਉਦੋਂ ਬਾਅਦ ਧਾਰਾ 370 ਵਾਲਾ ਚੱਕ ਲਓ, ਕਿਸਾਨੀ ਦਾ ਮੁੱਦਾ ਚੱਕ ਲਓ, ਸਾਡੇ ਬਹੁਜਨ ਸਮਾਜ ਦੇ ਮੁੱਦੇ ਚੱਕ ਲਓ। ਜਦੋਂ ਸਾਰਾ ਹੀ ਵਰਗ ਇਹਨਾਂ ਤੋਂ ਦੁਖੀ ਆ, ਤਾਂ ਫਿਰ ਕਿਹੜੇ ਲੋਕ ਨੇ ਜਿਹੜੇ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਨੇ? ਇਹ ਜਿਹੜਾ ਤਸ਼ੱਦਦ ਅੱਜ ਕਿਸਾਨਾਂ ਤੇ ਹੋ ਰਿਹਾ, ਮੈਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਜੇ ਤੁਸੀਂ ਕਿਸਾਨ ਵੀਰਾਂ ਦੀਆਂ ਮੰਗਾਂ ਆਪਣੇ ਢੰਗ ਦੇ ਨਾਲ, ਜਿੱਦਾਂ ਉਹ ਕਹਿੰਦੇ ਨੇ, ਸਾਰੀ ਗੱਲ ਤੁਸੀਂ ਉਹਨਾਂ ਦੀ ਵੀ ਨਹੀਂ ਮੰਨਣੀ, ਸਾਨੂੰ ਇਹ ਪਤਾ, ਲੇਕਿਨ ਜਿਹੜੀਆਂ ਵਾਜਬ ਗੱਲਾਂ ਨੇ ਉਹਨਾਂ ਨੂੰ ਤੁਸੀਂ ਮੰਨਦੇ ਹੋਏ ਉਹਨਾਂ ਨੂੰ ਆਪਣੇ ਘਰਾਂ 'ਚ ਜਾਣ, ਉਹ ਆਪਣਾ ਖੇਤੀਬਾੜੀ ਦੇਖਣ, ਆਪਣੇ ਸੰਦ ਪਰਾਗੇ ਸਾਂਭਣ ਜਾ ਕੇ, ਕਿਉਂਕਿ ਬਾਲ ਬੱਚਾ, ਸਾਡੀਆਂ ਬੀਬੀਆਂ, ਭੈਣਾਂ, ਮਾਤਾਵਾਂ, ਸਾਰੇ ਲੋਕ ਤਾਂ ਸੜਕ ਤੇ ਨੇ। ਪਰ ਬੀਬੀਆਂ ਨੂੰ ਤਾਂ ਜੇ ਗੱਲ ਕਰੀਏ ਕਿ ਜਿੱਦਾਂ ਕਿ ਪੂਰਾ ਦੇਸ਼ ਜੋ ਆ ਕਿਸਾਨਾਂ ਦਾ ਸਮਰਥਨ ਕਰਨ ਨੂੰ ਤਿਆਰ ਆ, ਪਰ ਕਿਤੇ ਨਾ ਕਿਤੇ ਕੰਗਣਾ ਰਣੌਤ ਜਿਹੜੀ ਇੱਕ ਬਾਲੀਵੁੱਡ ਐਕਟਰੈਸ ਆ, ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਬੀਆਂ ਨੂੰ 100 ਰੁਪਏ ਦਿਹਾੜੀ ਤੇ ਲੈ ਕੇ ਆ ਰਹੇ ਨੇ। ਉਹ ਇਸ ਮੂਰਖ ਨੂੰ ਕਿਆ ਪਤਾ, ਇਹਨੂੰ ਕੀ ਪਤਾ ਕਿਸਾਨੀ ਕੀ ਹੁੰਦੀ ਹੈ? ਇਹਨੂੰ ਪੁੱਛ ਕੇ ਦੇਖੋ ਵੀ ਏਕੜ 'ਚ ਕਿੰਨੇ ਸਕੁਅਰ ਯਾਰਡ ਜਗ੍ਹਾ ਹੁੰਦੀ, ਦੱਸੂਗੀ ਤੁਹਾਨੂੰ। ਇਹ ਬਿਸਵੇ 'ਚ ਕਿੰਨੀ ਜਗ੍ਹਾ ਹੁੰਦੀ ਆ, ਕਨਾਲ 'ਚ ਕਿੰਨੀ ਜਗ੍ਹਾ ਹੁੰਦੀ ਆ? ਇਹਨੂੰ ਮੂਰਖ ਨੂੰ, ਇਹ ਜਿਹੜੀ ਐਕਟਰੈਸ ਆ ਕੰਗਣਾ ਰਣੌਤ, ਕਿਉਂਕਿ ਇਹਨੂੰ BJP ਦਾ ਸ਼ੈਲਟਰ ਹੈ, ਇਹਨੂੰ ਮੂਹਰੇ ਬਕਵਾਸ ਕਰਨ ਲਈ ਰੱਖਿਆ ਹੋਇਆ ਵਾ। ਇਹ ਕਿਤੇ ਸਾਡੇ ਧੱਕੇ ਚੜ ਗਈ ਨਾ ਬੀਬੀਆਂ ਦੇ, ਪੰਜਾਬ ਵਾਲਿਆਂ ਦੇ, ਕਿਤੇ ਹੋਰ, ਤੈਨੂੰ ਦੱਸ ਦੇਣਗੇ ਪਤਾ ਵੀ ਕੀ ਭਾਅ ਪੈਂਦੀ ਆ ਜਿਹੜੀ ਬਕਵਾਸ ਕਰ ਰਹੀ ਹੈ। ਕਿਉਂਕਿ ਇਹਨੇ ਆਪਣੇ ਪੋਸਟ ਡਿਲੀਟ ਵੀ ਕਰ ਦਿੱਤੀ ਆ, ਪਰ ਹੁਣ ਉਸੇ ਜੋ ਬੀਬੀ ਸੀਗੀ, ਉਸ ਬੀਬੀ ਨੇ ਇਹ ਗੱਲ ਕਹੀ ਕਿ ਚੱਲ ਠੀਕ ਆ, ਮੈਨੂੰ ਤਾਂ ਤੂੰ ਕਹਿ ਦਿੱਤਾ ਕਿ ਮੈਂ 100 ਰੁਪਏ ਦਿਹਾੜੀ ਤੇ ਆਈ ਆ, ਕਿ ਤੈਨੂੰ ਮੈਂ 10,000 ਦਊਂਗੀ, ਤੂੰ ਇੱਕ ਦਿਨ ਸਾਡੇ ਨਰਮਾ ਚੁੱਕ ਕੇ ਦਿਖਾ। ਮੈਂ ਉਹੀ ਤਾਂ ਗੱਲ ਦੱਸ ਰਿਹਾ ਨਾ, ਇਹ ਜਿਹੜੀਆਂ ਬਕਵਾਸ ਸ਼ਖਸੀਅਤਾਂ ਮੈਂ ਕਹੂੰਗਾ, ਇਹਨਾਂ ਲੋਕਾਂ ਨੇ ਬੇੜਾ ਗਰਕ ਕੀਤਾ ਹੋਇਆ ਦੇਸ਼ ਦਾ। ਤੁਹਾਨੂੰ ਕੀ ਪਤਾ ਕਿਸਾਨੀ ਦੇ ਬਾਰੇ ਦੇ ਵਿੱਚ? ਤੁਸੀਂ ਕਿਸੇ ਦੇ ਤਲੀਆਂ ਤੇ ਪਸੀਨਾ ਦੇਖਿਆ? ਇੱਕ ਕਿਸਾਨ ਹੀ ਵਾਹਿਦ ਸ਼ਖਸ ਜਿਹਦੇ ਤੁਹਾਨੂੰ ਜਦੋਂ ਕੰਮ ਕਰਦੇ ਨੇ ਉਹਨਾਂ ਦੀ ਹੱਥਾਂ ਦੀਆਂ ਤਲੀਆਂ ਤੇ ਵੀ ਪਸੀਨਾ ਆਇਆ। ਤੁਹਾਨੂੰ ਕੀ ਲੱਗਦਾ ਕਿ ਹੁਣ ਦਿੱਲੀ 'ਚ ਕਿਸਾਨ ਪਹੁੰਚੇ, ਪਰ
ਕਰੀਬ 1.5-2 ਮਹੀਨਾ ਕਿਸਾਨ ਜੋ ਆ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਦੇ ਰਹੇ, ਪੰਜਾਬ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਬੈਠੇ, ਔਰ ਕਿਸੇ ਨੂੰ ਵੀ ਕਿਸੇ ਇੱਕ ਵੀ ਆਦਮੀ ਜਾਂ ਕਿਸੇ ਔਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ, ਕੋਈ ਪਬਲਿਕ ਪ੍ਰਾਪਰਟੀ ਜਾਂ ਕੋਈ ਕਿਸੇ ਦੀ ਨਿੱਜੀ ਪ੍ਰਾਪਰਟੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਪਰ ਸਭ ਤੋਂ ਜ਼ਿਆਦਾ ਅਗਰ ਲੀਡਰ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨ ਨੇ, ਬਿਲਕੁਲ। ਤੇ ਅੱਜ ਕਿਸਾਨ ਹੀ ਅਗਰ ਰੋੜਾ ਤੇ ਹੁਣ ਤੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਮੈਂ ਉਹੀ ਗੱਲ ਕਹਿ ਰਿਹਾ, ਇਹਨਾਂ ਨੂੰ ਅੱਤਵਾਦੀ ਕਹਿਣਾ, ਪਹਿਲਾਂ ਤਾਂ ਬੀਜੇਪੀ ਦੇ ਲੀਡਰਸ਼ਿਪ ਅੱਤਵਾਦੀ ਕਹਿਣਾ, ਖਾਲਿਸਤਾਨੀ ਕਹਿਣਾ, ਇਹਨਾਂ ਨੂੰ ਬੰਦ ਕਰਨ, ਕਿਉਂਕਿ ਇਹ ਸਾਡੇ ਪੰਜਾਬ ਦੇ ਉਹ ਸਿਰੜੀ ਸਾਡੇ ਆਗੂ ਨੇ, ਉਹ ਸਿਰੜੀ ਮਿਹਨਤੀ ਲੋਕ ਨੇ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਬਣਾਇਆ ਜੀ। ਕਿਸੇ ਟਾਈਮ 'ਚ ਅਸੀਂ ਠੂਠਾ ਹੱਥ 'ਚ ਫੜ ਕੇ ਅਮਰੀਕਾ ਵਰਗੇ ਮੁਲਕ ਤੋਂ ਅਸੀਂ ਕਣਕ ਚੌਲਾਂ ਦੇ ਲਈ ਭੀਖ ਮੰਗਦੇ ਸੀ ਜਾ ਕੇ, ਵੀ ਸਾਨੂੰ ਖਾਣ ਲਈ ਸਾਡੇ ਲੋਕਾਂ ਨੂੰ ਸਾਡੇ ਕੋਲ ਅਨਾਜ ਹੈ ਨਹੀਂਗਾ। ਜਦੋਂ ਗ੍ਰੀਨ ਰੈਵੋਲੂਸ਼ਨ ਆਈ ਆ, ਹਰੀ ਕ੍ਰਾਂਤੀ ਆਈ ਆ, ਤਾਂ ਪੰਜਾਬ ਨੇ ਹੀ ਦੇਸ਼ ਨੂੰ ਬਚਾਇਆ। ਉਸ ਵੇਲੇ 70% ਦੇਸ਼ ਦੀ ਜਿਹੜੀ ਸਾਡੀ ਪਾਪੂਲੇਸ਼ਨ ਸੀ ਉਹਨੂੰ ਅੰਨ ਜੇ ਮੁਹੱਈਆ ਕਰਾਇਆ ਤਾਂ ਪੰਜਾਬੀਆਂ ਨੇ ਕਰਾਇਆ। ਪੰਜਾਬੀਆਂ ਨੇ ਆਪਣੇ ਪਾਣੀ ਦਾ ਥੱਲੇ ਕਰ ਲਏ 300 ਫੁੱਟ, ਲੇਕਿਨ ਦੇਸ਼ ਨੂੰ ਉਹਨਾਂ ਨੇ ਖੜਾ ਕੀਤਾ। ਅੱਜ ਇਹ ਜਿਹੜੀ ਸਰਕਾਰ ਆ, ਇਹ ਐਡੀ ਨਖਿੱਧ ਸਰਕਾਰ ਸਾਬਤ ਹੋ ਰਹੀ ਆ, ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ ਇਹ ਜਿਹੜੇ ਰੰਡਵੇ ਭੜਵੇ ਆ ਨਾ, ਇਹਨਾਂ ਨੂੰ ਕਿਆ ਪਤਾ ਯਾਰ ਸਰਕਾਰਾਂ ਦੇ ਬਾਰੇ 'ਚ, ਕਿਆ ਪਤਾ ਇਹਨਾਂ ਨੂੰ ਪਰਿਵਾਰਾਂ ਦੇ ਬਾਰੇ ਦੇ ਵਿੱਚ ਵੀ ਪਰਿਵਾਰ ਦੀ ਇੱਕ ਕੀ ਜ਼ਿੰਮੇਵਾਰੀ ਹੁੰਦੀ ਆ, ਇੱਕ ਬਾਪ ਦੀ ਕੀ ਜ਼ਿੰਮੇਵਾਰੀ ਹੁੰਦੀ ਆ, ਕਿਉਂਕਿ ਇਹਨਾਂ ਦਾ ਆਪਣਾ ਨਾ ਅੱਗਾ ਨਾ ਪਿੱਛਾ, ਨਾ ਬੱਚਾ ਨਾ ਢੱਗਾ ਇਹਨਾਂ ਦਾ। ਇਹਨਾਂ ਨੂੰ ਕਿਆ ਪਤਾ ਇਹਨਾਂ ਚੀਜ਼ਾਂ ਦਾ। ਜੇ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਕਿਹਾ ਗਿਆ ਆ ਕਿ ਇਹ ਜੋ ਬਿੱਲ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ, ਪਰ ਕਿਸਾਨ ਇਹਨਾਂ ਨੂੰ ਸਮਝਦੇ ਆ, ਇਹਨਾਂ ਨੂੰ ਕੁਝ ਲੋਕ ਜੋ ਗੁੰਮਰਾਹ ਕਰ ਰਹੇ ਆ। ਕੀ ਲੱਗਦਾ ਤੁਹਾਨੂੰ ਕਿ ਲੋਕ ਗੁੰਮਰਾਹ ਕਰ ਰਹੇ ਆ? ਕਿਆ ਤੁਸੀਂ ਗੱਲ ਕਰਦੇ ਹੋ? ਇਹ ਜਿਹਾ ਮੂਰਖ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ, ਜਿਹਨੇ ਬੇੜਾ ਹੀ ਗਰਕ ਕਰਕੇ ਰੱਖ ਦਿੱਤਾ। ਬੜੀ ਮੁਸ਼ਕਲਾਂ ਦੇ ਨਾਲ 70 ਸਾਲਾਂ ਦੇ ਵਿੱਚ ਦੇਸ਼ ਅੱਜ ਅਸੀਂ ਕਿਸੇ ਪਾਸੇ ਜਾਣ ਜੋਗੇ ਬਣੇ ਸੀਗੇ, ਲੇਕਿਨ ਇਹਨੇ ਦੁਬਾਰਾ ਫਿਰ ਜਿਹੜਾ ਕੰਟਰੀ ਆ ਸਾਡਾ 20 ਸਾਲ ਪਿੱਛੇ ਕਰ ਦਿੱਤਾ। ਕਿਉਂਕਿ ਦੇਖੋ ਗੱਲ ਇਹ ਆ, ਇਹ ਜੋ ਮਰਜ਼ੀ ਕਹਿਣ ਕਿਸਾਨ ਦੇ ਬਾਰੇ, ਲੇਕਿਨ ਕਿਸਾਨਾਂ ਦੇ ਬਾਰੇ ਆਮ ਲੋਕਾਂ ਨੂੰ ਵੀ ਸਮਝ ਲੱਗ ਗਈ ਆ। ਇਹ ਇਕੱਲੇ ਕਿਸਾਨਾਂ ਦੇ ਮੁੱਦੇ ਥੋੜੀ ਨੇ ਬਈ, ਕਿਸਾਨ ਦੇ ਨਾਲ ਨਾਲ ਮਜ਼ਦੂਰ ਦੇ ਨਾਲ ਵਪਾਰੀ ਦੇ ਨਾਲ ਹੋਰ ਵਰਗ, ਇਹ ਸਾਰੇ ਉੱਪਰ ਤੋਂ ਲੈ ਕੇ ਥੱਲੇ ਤਾਈਂ ਇਹ ਕਿਸਾਨੀ ਦੇ ਨਾਲ ਹੀ ਜੁੜਿਆ ਹੋਇਆ ਸਾਡਾ ਮੁੱਦਾ ਵਾ। ਕਿਉਂਕਿ ਦੇਸ਼ ਸਾਡਾ ਕਿਸਾਨੀ ਪ੍ਰਮੁੱਖ ਦੇਸ਼ ਆ ਜੀ। 70% 75% ਲੋਕ ਉਹ ਨੇ ਜਿਨ੍ਹਾਂ ਕੋਲੇ ਕਿੱਲਾ 1.5 ਕਿੱਲਾ ਜ਼ਮੀਨ ਆ। ਜਦੋਂ ਪੰਜਾਬ 'ਚ 2 ਮਹੀਨੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਚੱਲਿਆ, ਅਸੀਂ ਇਹਨਾਂ ਦੇ ਮੋਹਤਵਰ ਜਿਹੜੇ ਸਾਡੇ ਲੀਡਰਸ਼ਿਪ ਸੀਗੀ ਇਹਨਾਂ ਕਿਸਾਨਾਂ ਦੀ, ਅਸੀਂ ਉਹਨਾਂ ਨਾਲ ਗੱਲ ਕੀਤੀ। ਬਲਵੀਰ ਰਾਜੇਵਾਲ ਜੀ ਨਾਲ ਵੀ ਗੱਲ ਹੋਈ ਮੇਰੀ, ਹੋਰ 1-2 ਜਿਹੜੇ ਇਹਨਾਂ ਦੇ ਜੁਝਾਰੂ ਲੀਡਰ ਸੀ ਉਹਨਾਂ ਨਾਲ ਗੱਲ ਹੋਈ। ਬਈ ਦੇਖੋ ਤੁਸੀਂ ਸਾਡੇ ਤੋਂ ਬਹੁਤ ਸੀਨੀਅਰ ਹੋ, ਤੁਹਾਨੂੰ ਸਾਨੂੰ ਦੱਸਣਾ ਨਹੀਂ ਬਣਦਾ, ਲੇਕਿਨ ਇੱਕ ਸਾਡੀ ਸਲਾਹ ਵਾ ਵੀ ਜੇ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇ, ਉਹਦੇ 'ਚ ਬਹੁਜਨ ਸਮਾਜ ਵੀ ਤੁਹਾਡੇ ਨਾਲ ਖੜੂਗਾ, ਔਰ ਆਪਾਂ ਉੱਥੇ ਦਿੱਲੀ ਵੱਲ ਨੂੰ ਹੰਭਲਾ ਮਾਰੀਏ। ਇਹ ਤਾਂ ਇਹਨਾਂ ਨੂੰ ਅਕਲ ਆਊਗੀ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਪੰਜਾਬ 'ਚ ਸ਼ਾਂਤਮਈ ਢੰਗ ਨਾਲ ਬੈਠੇ ਸੀ, ਕਿਸੇ ਨੂੰ ਬੱਟਾ ਤੱਕ ਨਹੀਂ ਲੱਗਿਆ ਇੱਕ ਜੀ। ਉੱਦਾਂ ਹੀ ਜਦੋਂ ਤੁਰੇ ਇੱਥੋਂ ਤਾਂ ਹਰਿਆਣੇ ਵਾਲਿਆਂ ਨੇ ਆਪਣਾ ਕਰਤੱਵ ਦਿਖਾਤਾ, ਕਿਉਂਕਿ ਇਹ ਨਾ ਜਿਹੜਾ ਖੱਚਰ ਸਰਕਾਰ ਮੈਂ ਤਾਂ ਕਹੂੰਗਾ, ਇਹ ਖੱਚਰ ਜ਼ਿਆਦਾ ਉਹਦਾ ਸਕਾ ਬਣਦਾ ਮੋਦੀ ਦਾ। ਉਹਨੂੰ ਇਹ ਨਹੀਂ ਪਤਾ ਵੀ ਤੂੰ ਵੀ ਸਾਡਾ ਹੀ ਭਰਾ ਵਾ। ਪੰਜਾਬ ਤੇ ਹਰਿਆਣਾ ਛੋਟਾ ਤੇ ਵੱਡੇ ਭਰਾ ਦਾ ਇੱਕ ਰਿਸ਼ਤਾ ਵਾ। ਇਹ ਰਿਸ਼ਤੇ ਨੂੰ ਵੀ ਤਾਰ-ਤਾਰ ਕਰਨ ਦੀ ਕੇਂਦਰ ਸਰਕਾਰ ਨੇ ਕੋਸ਼ਿਸ਼ ਕੀਤੀ, ਲੇਕਿਨ ਮੈਂ ਧੰਨਵਾਦ ਕਰਦਾ ਹਰਿਆਣੇ ਦੇ ਕਿਸਾਨਾਂ ਦਾ ਵੀ, ਜਿਨ੍ਹਾਂ ਨੇ ਮੂਹਰੇ ਹੋ ਕੇ ਪੰਜਾਬ ਦੇ ਪੰਜਾਬੀਆਂ ਨੂੰ, ਕਿਸਾਨਾਂ ਨੂੰ ਉੱਥੇ ਅੱਗੇ ਵਧਣ ਦੇ ਵਿੱਚ ਉਹਨਾਂ ਨੇ ਮਦਦ ਕੀਤੀ। ਔਰ ਜਦੋਂ ਇਹਨਾਂ ਨੇ ਸੜਕਾਂ ਪੁੱਟੀਆਂ 15-15 ਫੁੱਟ, ਤੁਸੀਂ ਜਾ ਕੇ ਦੇਖੋ ਜਿਹੜਾ ਮੇਨ ਹਾਈਵੇ ਆ GT ਰੋਡ, ਉਹ 15-15 ਫੁੱਟ ਗੱਡੇ ਪੱਟ ਤੇ ਵੀ ਜਿਵੇਂ ਕਿਤੇ ਨਕਸਲਾਈਟ ਤੁਰੇ ਆ ਰਹੇ ਆ, ਜਿਵੇਂ ਅੱਤਵਾਦੀ ਤੁਰੇ ਆ ਰਹੇ ਆ। ਲੇਕਿਨ ਮੈਂ ਧੰਨਵਾਦ ਕਰਦਾ ਹਰਿਆਣੇ ਦੇ ਕਿਸਾਨਾਂ ਦਾ, ਜਿਨ੍ਹਾਂ ਨੇ ਆਪਣੇ ਟਰੈਕਟਰ ਕਰਾ ਲਾ ਕੇ ਉਹ ਸੜਕਾਂ ਪੂਰੀਆਂ ਸਾਰਾ ਕੁਝ ਕੀਤਾ, ਅੱਗੇ ਰਾਹ ਪੱਧਰਾ ਕਰਕੇ ਦੇ ਰਹੇ ਸੀਗੇ, ਤਾਂ ਜਿਹੜੇ ਪੰਜਾਬੀ ਪਿੱਛੋਂ ਸਾਡੇ ਤੁਰੇ ਹੋਏ ਸੀ ਉਹ ਆਪਣੇ ਮੰਜ਼ਿਲੇ ਮਕਸੂਦ ਵੱਲ ਪਹੁੰਚੇ। ਕਿਉਂਕਿ ਦਿੱਲੀ ਦੇ ਵਿੱਚ ਨੈਸ਼ਨਲ ਮੀਡੀਆ ਇਹਨਾਂ ਨੂੰ ਕਵਰ ਨਹੀਂ ਕਰ ਰਿਹਾ। ਤੁਸੀਂ ਵੀ ਦੇਖਿਆ ਹੋਣਾ, ਸਾਰੇ ਦੇਸ਼ ਵਾਸੀ ਦੇਖ ਰਹੇ ਆ ਦਿੱਲੀ ਦੇ ਵਿੱਚ ਕੀ ਹੋ ਰਿਹਾ ਵਾ, ਵੀ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਬਹੁਤ ਹੀ ਬਰੀਕੀ ਦੇ ਨਾਲ ਇਸ ਗੱਲ ਨੂੰ ਵਾਚ ਰਿਹਾ ਔਰ ਕਵਰ ਕਰ ਰਿਹਾ। ਔਰ ਬਾਹਰ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, UK ਦੇ ਵਿੱਚ, ਯੂਰਪੀਅਨ ਯੂਨੀਅਨ ਦੇ ਵਿੱਚ ਜੀ, ਜਿਹੜੇ ਡਿਵੈਲਪ ਕੰਟਰੀ ਆ ਸਾਰੇ, ਉਹਦੇ ਵਿੱਚ ਹਰ ਇੱਕ ਲੀਡਰ ਦੇ, ਹਰ ਇੱਕ MP ਦੇ, ਹਰ ਇੱਕ ਪ੍ਰਧਾਨ ਮੰਤਰੀ ਦੇ ਜ਼ਿਹਨ 'ਚ ਇਹ ਗੱਲ ਆ ਵੀ ਭਾਰਤ ਦੇ ਕਿਸਾਨਾਂ ਦਾ ਜੇ ਹਨਨ ਹੋ ਰਿਹਾ ਵਾ ਤਾਂ ਮੋਦੀ ਸਰਕਾਰ ਕੰਨਾਂ 'ਚ ਰੂੰ ਦੇ ਕੇ ਬੈਠੀ ਆ। ਇਹਨਾਂ ਨੂੰ ਬੰਦੇ ਦਾ ਪੁੱਤ ਬਣਾਉਣਾ ਪੈਣਾ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਫਜਿੰਦਰ ਜੀ, ਅੱਜ ਚੌਥੇ ਦੌਰ ਦੀ ਜਿਹੜੀ ਇਹਨਾਂ ਦੀ ਗੱਲਬਾਤ ਸੀ ਉਹ ਵੀ ਬੇਸਿੱਟਾ ਰਹੀ ਜੀ। ਸਿੱਟਾ ਨਹੀਂ ਨਿਕਲਣਾ ਜੀ, ਬਿਲਕੁਲ ਸਿੱਟਾ ਨਹੀਂ ਨਿਕਲਣਾ, ਕਿਉਂਕਿ ਇਹ ਜਿੱਦੀ ਪ੍ਰਧਾਨ ਮੰਤਰੀ ਆ। ਕਿਉਂਕਿ ਮੈਨੂੰ ਦੱਸੋ, ਇਹ ਹਿਊਮਨ ਬੀਇੰਗ ਆ, ਕਿਹੜਾ ਬੰਦਾ ਵਾ, ਕਿਹੜਾ ਸ਼ਖਸ ਇੱਦਾਂ ਦਾ ਵਾ ਜਿਹਦੇ ਕੋਲੋਂ ਗਲਤੀ ਨਹੀਂ ਹੁੰਦੀ?
ਜੀ। ਉਹ ਯਾਰ ਜੇ ਉਹਨੂੰ ਮੰਨ ਲਾਂਗੇ ਤਾਂ ਤੁਸੀਂ ਨੀਵੇਂ ਹੋ ਜਾਓਗੇ ਉਹਦੇ ਨਾਲ। ਤੁਹਾਨੂੰ ਕੀ ਲੱਗਦਾ ਕਿ ਬੇਸਿੱਟਾ ਰਹਿਣ ਦਾ ਕਾਰਨ ਕੀ ਆ? ਦੇਖੋ ਮੰਗਾਂ ਤਾਂ ਹੈਗੀਆਂ ਬੜੀਆਂ ਵਾਜਬ ਕਿਸਾਨਾਂ ਦੀਆਂ, ਲੇਕਿਨ ਇਹ ਜਿੱਦ ਪ੍ਰਧਾਨ ਮੰਤਰੀ ਇਸ ਗੱਲ ਲਈ ਆ ਵੀ ਜਿਹੜੀ ਮੈਂ ਮੂੰਹ 'ਚੋਂ ਗੱਲ ਕਹਿਤੀ ਉਹ ਗੱਲ 100% ਠੀਕ ਹੋਊਗੀ, ਲੇਕਿਨ ਇਸ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਵੀ ਇਹ ਬੰਦਾ ਵਾ ਯਾਰ, ਬੰਦੇ ਦੀ ਜਾਤ ਆ, ਬੰਦੇ ਕੋਲੋਂ ਗਲਤੀਆਂ ਹੁੰਦੀਆਂ ਨੇ, ਡੰਗਰਾਂ ਕੋਲੋਂ ਗਲਤੀਆਂ ਨਹੀਂ ਹੁੰਦੀਆਂ ਜੀ। ਠੀਕ ਆ, ਜੇ ਗਲਤੀ ਹੋ ਗਈ ਹੈ ਤੁਸੀਂ ਉਹਨੂੰ ਐਕਸੈਪਟ ਕਰ ਲਓ ਵੀ ਕੋਈ ਗੱਲ ਨਹੀਂ ਜੀ, ਅਸੀਂ ਜਿੱਦਾਂ ਤੁਸੀਂ ਕਹਿੰਦੇ ਉੱਦਾਂ ਕਰਾਂਗੇ। ਜੇ ਕਿਸਾਨਾਂ ਨੂੰ ਜਿਹੜਾ ਕਾਨੂੰਨ ਆ, ਜੇ ਉਹਨਾਂ ਨੂੰ ਉਹ ਮੰਨਦੇ ਹੀ ਹੈ ਨਹੀਂ ਕਿ ਵੀ ਸਾਨੂੰ ਨਹੀਂ ਚਾਹੀਦਾ, ਤਾਂ ਤੂੰ ਧੱਕੇ ਨਾਲ ਕਿਉਂ ਉਹਨਾਂ ਦੇ ਗਲ ਮੜਦਾ ਯਾਰ? ਕਿਉਂਕਿ ਦੇਖੋ ਇਹ ਆੜਤੀਆਂ ਦੀ ਗੱਲ ਕਰਦੇ ਆ, ਇਹ ਉਹਨਾਂ ਨੂੰ ਦਲਾਲ ਕਹਿੰਦੇ ਆ, ਇਹ ਉਹਨਾਂ ਨੂੰ ਹੋਰ ਵੀ ਬੜੀ ਪੁੱਠੀ ਭਾਸ਼ਾ ਵਰਤਦੇ ਨੇ। ਮੈਂ ਇੱਥੇ ਪੁੱਛਣਾ ਚਾਹੁੰਦਾ ਕੇਂਦਰ ਸਰਕਾਰ ਨੂੰ, ਆ ਜਿਹੜੇ ਤੁਸੀਂ ਕਾਰਪੋਰੇਟ ਘਰਾਣੇ ਆ, ਕੀ ਅਦਾਨੀ ਆਪ ਆ ਜਾਊਗਾ ਇੱਥੇ ਖੇਤ ਦੇ ਵਿੱਚ ਸਾਡੀ ਕਣਕ ਖਰੀਦਣ ਲਈ? ਨਹੀਂ, ਇਹਨੇ ਵੀ ਅੱਗੇ ਦਲਾਲ ਹੀ ਰੱਖਣੇ ਨੇ। ਆੜਤੀਆਂ ਦਾ ਤੇ ਕਿਸਾਨਾਂ ਦਾ ਇੱਕ ਨੂੰਹ ਮਾਸ ਦਾ ਰਿਸ਼ਤਾ ਵਾ, ਔਰ ਜਿਹੜੇ ਇਹ ਸਾਡੇ ਆੜਤੀਏ ਨੇ ਨਾ, ਇਹ ਕਿਸਾਨਾਂ ਦੇ ATM ਆ। ਪੰਜਾਬ ਦੇ ਕਿਸਾਨ ਹੋਣ, ਹਰਿਆਣੇ ਦੇ ਹੋਣ, ਕਿਉਂਕਿ ਸਾਡਾ ਇੱਥੇ ਮੰਡੀ ਸਿਸਟਮ ਆ, ਮੰਡੀਕਰਨ ਬੋਰਡ ਆ, ਇਨਫਰਾਸਟ੍ਰਕਚਰ ਆ ਬਹੁਤ ਵੱਡਾ, ਔਰ ਜਦੋਂ ਵੀ ਕਿਤੇ ਕਿਸਾਨ ਨੂੰ ਜ਼ਰੂਰਤ ਪੈਂਦੀ ਆ ਉਹ ਆਪਣੇ ਆੜਤੀਆਂ ਨੂੰ ਕਹਿ ਦਿੰਦਾ, ਤੇ ਆੜਤੀਆ ਉਹਦੀ ਜਿਹੜੀ ਆ ਉਹ ਗਰਜ ਪੂਰੀ ਕਰਦੇ ਨੇ। ਕੀ ਜਿਹੜੇ ਅਦਾਨੀ ਜਾਂ ਹੋਰ ਤੁਰੇ ਫਿਰਦੇ ਆ ਇਹ ਲੱਲੇ ਭੱਪੇ ਜੇ ਸਾਰੇ, ਕੀ ਇਹ ਸਾਡੇ ਕਿਸਾਨਾਂ ਦੀ ਬਾਂਹ ਫੜਨਗੇ? ਇਹ ਬਿਲਕੁਲ ਨਹੀਂ ਹੋ ਸਕਦਾ। ਔਰ ਇਹ ਬਹੁਤ ਵਾਜਬ ਮੰਗਾਂ ਨੇ ਕਿਸਾਨਾਂ ਦੀਆਂ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਆਪਣੇ ਬਹੁਜਨ ਸਮਾਜ ਨੂੰ ਵੀ ਅਪੀਲ ਕਰਨੀ ਚਾਹੁੰਦਾ ਬਈ ਤੁਸੀਂ ਅੱਜ ਸਮਾਂ ਵਾ, ਐਡਾ ਵੱਡਾ ਅੰਦੋਲਨ ਜਦੋਂ ਦਾ ਮੁਲਕ ਆਜ਼ਾਦ ਹੋਇਆ ਕਦੀ ਵੀ ਐਡਾ ਵੱਡਾ ਅੰਦੋਲਨ ਨਹੀਂ ਵਿੱਢਿਆ ਗਿਆ ਜੀ। ਔਰ ਜਦੋਂ ਵੀ ਕਿਤੇ ਦੇਸ਼ ਤੇ ਭੀੜ ਪਈ ਆ ਤਾਂ ਪੰਜਾਬੀਆਂ ਨੇ ਮੂਹਰੇ ਹੋ ਕੇ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ। ਔਰ ਅੱਜ ਤਾਂ ਸਾਡੇ ਸਿਰ ਤੇ ਪੈ ਗਈ ਇਹ। ਅੱਜ ਤਾਂ ਕਿਸਾਨੀ ਦਾ ਮੁੱਦਾ, ਪੰਜਾਬੀਆਂ ਦਾ ਮੁੱਦਾ, ਇਹ ਸਾਡੇ ਸਿਰ ਤੇ ਪੈ ਗਿਆ। ਤਾਂ ਆਪਣੇ ਘਰ ਨੂੰ ਬਚਾਉਣ ਲਈ ਪੰਜਾਬੀ ਕੁਰਬਾਨੀ ਦੇਣ ਤੋਂ ਕਦੇ ਵੀ ਗਰੇਜ਼ ਨਹੀਂ ਕਰਨਗੇ। ਇਸ ਗੱਲ ਲਈ ਮੈਂ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ। ਤੇ ਮੈਂ ਇੱਕ ਗੱਲ ਇਹ ਵੀ ਕਰਨੀ ਚਾਹੁੰਦਾ ਆ ਕਿ ਚੰਦਰ ਸ਼ੇਖਰ ਆਜ਼ਾਦ ਜੋ ਤੁਹਾਡੇ ਆਜ਼ਾਦ ਸਮਾਜ ਪਾਰਟੀ ਦੇ ਜੋ ਪ੍ਰਧਾਨ ਨੇ, ਉਹ ਵੀ ਦਿੱਲੀ UP ਬਾਰਡਰ ਦੇ ਉੱਤੇ ਪਹੁੰਚੇ ਔਰ ਕਿਸਾਨਾਂ ਦਾ ਸਮਰਥਨ ਕੀਤਾ। ਕੀ ਕਹਿਣਾ ਚਾਹੁੰਦੇ ਜੀ? ਸਾਡੇ ਕੌਮੀ ਪ੍ਰਧਾਨ ਐਡਵੋਕੇਟ ਚੰਦਰ ਸ਼ੇਖਰ ਜੀ ਜਿਹੜੇ ਨੇ ਉਹ ਨਿਕਲੇ ਅੰਦੋਲਨਾਂ 'ਚੋਂ ਆ ਜੀ। ਉਹਨਾਂ ਦੀ ਜਿਹੜੀ ਉਪਜ ਆ, ਜਿਹੜੀ ਉਹਨਾਂ ਦਾ ਇੱਕ ਅੱਜ ਚਿਹਰਾ ਮੋਹਰਾ ਵਾ, ਉਹ ਨਿਕਲੇ ਹੀ ਅੰਦੋਲਨਾਂ 'ਚੋਂ ਆ। ਉਹਨਾਂ ਨੂੰ ਪਤਾ ਵੀ ਇਹ ਜਿਹੜੀਆਂ ਮੂਵਮੈਂਟਸ ਨੇ ਇਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਕੀ ਨਹੀਂ ਕਰਨਾ। ਮੈਂ ਤਾਂ ਹੀ ਉਹ ਗੱਲ ਤੁਹਾਨੂੰ ਦੱਸ ਰਿਹਾ ਸੀਗਾ ਵੀ ਜਿਹੜਾ ਸਾਡਾ ਬਹੁਜਨ ਸਮਾਜ ਆ, ਜਦੋਂ ਚੰਦਰ ਸ਼ੇਖਰ ਭਾਜੀ ਸੜਕ ਤੇ ਉਤਰੇ ਆਏ, ਸਾਡੇ ਕੌਮੀ ਪ੍ਰਧਾਨ ਆ, ਭੀਮ ਆਰਮੀ ਦੇ ਸੰਸਥਾਪਕ ਵੀ ਨੇ, ਉਹਨਾਂ ਦੇ ਨਾਲ ਬਹੁਤ ਵੱਡਾ ਹਜੂਮ ਜਿਹੜਾ ਵਾ ਉੱਥੇ ਧਰਨੇ 'ਚ ਪਹੁੰਚਿਆ। ਔਰ ਇਹਦੇ ਨਾਲ ਸਰਕਾਰ ਨੂੰ ਵਿਫਤਾ ਕੀ ਪੈਣੀ ਆ? ਵਿਫਤਾ ਇਹ ਪੈਣੀ ਆ ਵੀ ਜੇ ਚੰਦਰ ਸ਼ੇਖਰ ਜਾਂ ਇਹਨਾਂ ਦੇ ਭੀਮ ਆਰਮੀ ਦੇ ਸਾਥੀ ਜਾਂ ਬਹੁਜਨ ਸਮਾਜ ਇਹਨਾਂ ਨਾਲ ਰਲ ਗਏ ਆ ਕੇ ਇਕੱਠੇ ਹੋ ਗਏ ਤਾਂ ਕਿਸਾਨਾਂ ਨੂੰ ਤਾਂ ਕਿਤੇ ਨਾ ਕਿਤੇ ਟੈਕਲ ਕਰ ਲੈਂਦੇ। ਲੇਕਿਨ ਜਦੋਂ ਆਹ ਨਾਲ ਇਕੱਠੇ ਹੋ ਗਏ ਨਾ ਤਾਂ ਫਿਰ ਇਹਨਾਂ ਨੂੰ ਸਾਂਭਣਾ ਔਖਾ ਹੋ ਜਾਣਾ। ਮੈਂ ਤਾਂ ਹੀ ਬਾਰ-ਬਾਰ ਗੱਲ ਕਹਿ ਰਿਹਾ ਵੀ ਹਜੇ ਵੀ ਸਮਾਂ ਵਾ ਕੇਂਦਰ ਸਰਕਾਰ ਕੋਲੇ ਇਹਨਾਂ ਦੀਆਂ ਜਿਹੜੀਆਂ ਵਾਜਬ ਮੰਗਾਂ ਨੇ ਉਹਨਾਂ ਨੂੰ ਮੰਗਾਂ ਨੂੰ ਮੰਨ ਲੈਣਾ ਚਾਹੀਦਾ। ਇਹ ਜਿਹੜੇ 3 ਕਾਨੂੰਨ ਲੈ ਕੇ ਆਏ ਨੇ, ਜੇ ਕਾਨੂੰਨਾਂ ਨੂੰ ਉਹ ਨਹੀਂ ਐਕਸੈਪਟ ਕਰਦੇ ਕਿਸਾਨ ਵੀ ਸਾਨੂੰ ਨਹੀਂ ਚਾਹੀਦਾ, ਤਾਂ ਯਾਰ ਕਿਉਂ ਤੁਸੀਂ ਧੱਕੇ ਨਾਲ ਗਲ 'ਚ ਉਹਨਾਂ ਦੇ ਫਾਹਾ ਪਾਉਣ ਲੱਗੇ ਹੋਏ? ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਦੁਆਰਾ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਇਹ ਚੇਤਾਵਨੀ ਸਮਝ ਲਓ ਮੇਰੀ ਇਹ ਮੈਂ ਦੇਣੀ ਚਾਹੁੰਦਾ ਬਈ ਤੁਸੀਂ ਬੰਦੇ ਦੇ ਪੁੱਤ ਬਣ ਕੇ ਨਾ ਇਹ ਇੰਨੀ ਠੰਡ ਦੇ ਵਿੱਚ ਆ ਜਿਹੜੇ ਸਾਡੇ ਬਜ਼ੁਰਗ ਕਿਸਾਨ ਬੀਬੀਆਂ ਭੈਣਾਂ ਉੱਥੇ ਬੈਠੀਆਂ ਨੇ, ਇਹ ਤਾਂ ਹਜੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਹੋ ਰਿਹਾ ਸਾਰਾ ਜੀ, ਲੇਕਿਨ ਇੱਦਾਂ ਦੀ ਨਾ ਕੋਈ ਉੱਥੇ ਤੁਸੀਂ ਹਰਕਤ ਪੁੱਠੀ ਕਰਦੇ ਹੋ। ਕਿਉਂਕਿ ਇਹ ਜਿਹੜੇ ਗਰੁੱਪ ਨੇ ਨਾ ਜੀ RSS BJP ਵਾਲੇ, ਇਹਨਾਂ ਨੇ ਕੋਸ਼ਿਸ਼ ਕਰਨੀ ਆ ਵੀ ਆਪਣੇ ਬੰਦੇ ਵਿੱਚ ਵਾੜੇ ਜਾਣ, ਇਹਨਾਂ ਦੀ ਮੂਵਮੈਂਟ ਨੂੰ ਫੇਲ ਕੀਤਾ ਜਾਵੇ। ਔਰ ਕੁਝ ਕੁ ਬੰਦੇ ਫੜੇ ਵੀ ਗਏ ਆ। ਬਿਲਕੁਲ, ਮੈਂ ਉਹੀ ਗੱਲ ਦੱਸ ਰਿਹਾ ਜੀ। ਮੈਂ ਇੱਥੇ ਕਿਸਾਨ ਜਥੇਬੰਦੀਆਂ ਦੇ ਸਾਰੇ ਸਰਮੌਰ ਲੀਡਰਸ਼ਿਪ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਬਈ ਸਾਡੇ ਜਿਹੜੇ ਯੂਥ, ਸਾਡੇ ਮੁੰਡੇ ਅੱਜ ਤੁਹਾਡੇ ਨਾਲ ਉੱਥੇ ਬਾਰਡਰ ਤੇ ਬੈਠੇ ਨੇ, ਧਰਨਿਆਂ 'ਚ ਬੈਠੇ ਨੇ, ਉਹਨਾਂ ਮੁੰਡਿਆਂ ਦੀ ਰਾਤ ਨੂੰ ਵੀ ਡਿਊਟੀ ਲਗਾਓ ਬਈ ਕੋਈ ਵੀ ਅਣਪਛਾਤਾ ਬੰਦਾ ਜਿਹਨੂੰ ਅਸੀਂ ਜਾਣਦੇ ਨਹੀਂ ਉਹ ਸਾਡੇ ਵਿੱਚ ਸ਼ਾਮਲ ਨਾ ਹੋਵੇ। ਔਰ ਕੁਛ ਇੱਦਾਂ ਦੀ ਉੱਥੇ ਨਾ ਕੋਈ ਘਟਨਾ ਵਾਪਰੇ ਜਿਹਦੇ ਨਾਲ ਕਿ ਸਾਡੇ ਪੰਜਾਬੀਆਂ ਦਾ ਅਕਸ ਜਿਹੜਾ ਵਾ ਖਰਾਬ ਹੋਵੇ। ਕਿਉਂਕਿ ਇਹਨਾਂ ਨੇ ਹਰਾਮਜ਼ਦਗੀ ਕਰਨ ਤੋਂ ਨਹੀਂ ਹਟਣਾ ਹੈਗਾ। ਇਹਨਾਂ ਨੇ ਕਹਿਣਾ ਵੀ ਜੇ ਇੱਧਰੋਂ ਨਹੀਂ ਮੰਨੇ ਤਾਂ ਐ ਨੂੰ ਤੁਰ ਲਓ ਇਹਨਾਂ ਨੂੰ। ਇਹਨਾਂ 'ਚ ਪਾੜਾ ਪਾਉਣ ਦੀ ਵੀ ਕੋਸ਼ਿਸ਼ ਕਰਨਗੇ। ਅੱਜ ਜੇ ਸਾਡੀਆਂ 31-32 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਜੇ ਉਹ ਇਕਜੁੱਟ ਆ ਤਾਂ ਸਰਕਾਰ ਨੂੰ ਭਾਜੜਾਂ ਪਈਆਂ ਹੋਈਆਂ ਨੇ। ਇਸ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਵੀ ਜਿਹੜੇ ਸਾਡੇ
ਯੋਧੇ ਨੇ ਪੰਜਾਬੀ ਉੱਥੇ ਗਏ ਹੋਏ ਨੇ। ਸਾਡੀ ਵੀ ਟੀਮ ਇੱਥੋਂ ਬਹੁਤ ਛੇਤੀ ਰਵਾਨਾ ਹੋ ਰਹੀ ਆ ਪੰਜਾਬ ਤੋਂ। ਅਸੀਂ ਵੀ ਉੱਥੇ ਕਿਸਾਨਾਂ ਦਾ ਜਿੱਥੇ ਸਮਰਥਨ ਕਰਨ ਪਹੁੰਚਾਂਗੇ, ਉਹਦੇ ਲਈ ਅਸੀਂ ਜਿਹੜਾ ਸਾਰਾ ਰਾਸ਼ਨ ਸਮੱਗਰੀ ਜੋ ਵੀ ਸਾਡੇ ਕੋਲ ਬਣਦਾ ਹੋਊਗਾ ਲੈ ਕੇ ਜਾਵਾਂਗੇ। ਔਰ ਉੱਥੇ ਮੈਂ ਕਿਸਾਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਇਹ ਮੂਵਮੈਂਟ ਜਿਹੜੀ ਹੁਣ ਬਿਲਕੁਲ ਨੱਕੇ ਤੇ ਆਈ ਹੋਈ ਆ, ਕਿਤੇ ਉਹ ਨਾ ਹੋਵੇ ਵੀ ਇਹ ਲੋਕ ਸਾਡੇ 'ਚ ਘੁਸਪੈਠ ਕਰਾ ਕੇ ਸਾਡੀ ਮੂਵਮੈਂਟ ਨੂੰ ਤਾਰ ਪੀਟੋ ਕਰਨ। ਇਹਨੂੰ ਵੀ ਬਚਾ ਕੇ ਚੱਲਣ ਦੀ ਲੋੜ ਆ, ਕਿਉਂਕਿ ਇਹ ਕੇਂਦਰ ਸਰਕਾਰ ਜਿਹੜੀ ਆ ਨਾ, ਇਹ ਬਿਲਕੁਲ ਵੀ ਜਿਹੜੀ ਆ ਦੇਸ਼ ਦੇ ਲਈ ਹਿਤਕਾਰੀ ਨਹੀਂ ਆ। ਇਹ ਕਿਸਾਨਾਂ ਦੇ ਵਿਰੋਧੀ ਸਰਕਾਰ ਆ। ਇਹਨੂੰ ਛੇਤੀ ਤੋਂ ਛੇਤੀ ਸਾਨੂੰ ਇਸ ਦੇਸ਼ 'ਚੋਂ ਪਰੇ ਕਰਨਾ ਪਊ। ਤੁਹਾਨੂੰ ਕੀ ਲੱਗਦਾ ਕਿ ਲਗਾਤਾਰ ਅੱਜ ਦਾ ਜੋ ਦੌਰ ਆ, ਕਰੀਬ ਕਾਫੀ ਲੰਮਾ ਸਮਾਂ ਸੰਘਰਸ਼ ਚੱਲ ਰਿਹਾ ਕਿਸਾਨਾਂ ਦਾ। ਉਸ ਤੋਂ ਪਹਿਲਾਂ NRC CA ਦਾ ਮੁੱਦਾ ਚੱਲਿਆ, ਉਸ ਤੋਂ ਪਹਿਲਾਂ ਚੱਲੀਏ ਤਾਂ ਬਹੁਤ ਸਾਰੇ ਬੇਟੀਆਂ ਦੇ ਨਾਲ ਅਤਿਆਚਾਰ ਹੋ ਰਹੇ ਆ, ਤਸ਼ੱਦਦ ਹੋ ਰਿਹਾ, ਕਿਤੇ ਨਾ ਕਿਤੇ ਕੁੜੀਆਂ ਨਾਲ ਰੇਪ ਕਰਕੇ ਉਹਨਾਂ ਨੂੰ ਸਾੜ ਦਿੱਤਾ ਜਾਂਦਾ ਆ। ਕੀ ਲੱਗਦਾ ਕਿ ਇਹ ਸਭ ਘਟਨਾਵਾਂ ਇੰਨੀਆਂ ਵਾਪਰ ਰਹੀਆਂ, ਪਰ ਫਿਰ ਵੀ ਕਹਿ ਰਹੇ ਕਿ ਇੰਡੀਆ ਜੋ ਆ ਇੱਕ ਤਰੱਕੀ ਦੇ ਰਾਹ 'ਤੇ ਆ? ਕੀ ਇਹ ਤਰੱਕੀ ਹੋ ਰਹੀ ਹੈ ਇੰਡੀਆ ਦੀ? ਨਿੱਜੀਕਰਨ ਹੋ ਰਿਹਾ ਆ, ਜਿੰਨੀ ਸਰਕਾਰੀ ਪ੍ਰਾਪਰਟੀ ਆ, ਸਰਕਾਰੀ ਜੋ 에ਅਰਪੋਰਟ ਆ ਉਹਨਾਂ ਦਾ ਨਿੱਜੀਕਰਨ ਹੋ ਰਿਹਾ ਹੈ, ਰੇਲਵੇ ਨਿੱਜੀਕਰਨ ਕੀਤਾ ਗਿਆ। ਕੀ ਲੱਗਦਾ ਇਹ ਸਾਰਾ ਕੀ ਗੇਮ ਕੀ ਚੱਲ ਰਹੀ ਆ? ਦੇਖੋ ਗੇਮ ਇਹ ਆ, ਜਦੋਂ ਸਾਰੇ ਵਰਗ ਕਿਸਾਨ ਇਹਨਾਂ ਤੋਂ ਦੁਖੀ ਆ ਤਾਂ ਫਿਰ ਇਹਨਾਂ ਦੀਆਂ ਸਰਕਾਰਾਂ ਕਿੱਦਾਂ ਬਣਦੀਆਂ ਨੇ? ਸਰਕਾਰਾਂ ਇਹਨਾਂ ਦੀਆਂ ਬਣਦੀਆਂ ਨੇ EVM ਦੇ ਰਾਹੀਂ। ਇਹਨਾਂ ਨੂੰ ਆਮ ਜਨਤਾ ਦਾ ਬਿਲਕੁਲ ਹੀ ਡਰ ਖੌਫ ਹੈ ਨਹੀਂਗਾ। EVM ਦੀ ਤੁਸੀਂ ਗੱਲ ਕੱਢੀ, ਮੈਂ ਤੁਹਾਡੀ ਗੱਲ ਰੋਕਣਾ ਚਾਹੁੰਦਾ। EVM ਦੀ ਗੱਲ ਜਦੋਂ ਇਲੈਕਸ਼ਨ ਆਉਂਦੇ ਆ, ਹਾਂਜੀ, ਇਲੈਕਸ਼ਨਾਂ ਦੇ ਬਾਅਦ EVM ਦੀ ਗੱਲ ਹੁੰਦੀ ਕਿ EVM ਕਰਕੇ ਹਾਰ ਗਏ, BJP ਜਿੱਤ ਗਈ। ਹਾਂਜੀ, ਤੇ ਜੋ ਦੂਸਰੀਆਂ ਪਾਰਟੀਆਂ, ਵਿਪਕਸ਼ੀ ਪਾਰਟੀਆਂ ਨੇ, ਵਿਰੋਧੀ ਪਾਰਟੀਆਂ ਨੇ, ਉਹ EVM ਦਾ ਵਿਰੋਧ ਇਹਨਾਂ ਦਿਨਾਂ 'ਚ ਕਿਉਂ ਨਹੀਂ ਕਰਦੀਆਂ? ਇੰਨੇ ਪ੍ਰੋਟੈਸਟ ਚੱਲ ਰਹੇ, ਇਹਨਾਂ ਦਿਨਾਂ ਦੇ ਵਿੱਚ EVM ਦਾ ਵਿਰੋਧ ਕਿਉਂ ਨਹੀਂ ਹੁੰਦਾ? ਹਾਰਨ ਤੋਂ ਬਾਅਦ EVM ਦਾ ਵਿਰੋਧ ਕਿਉਂ ਹੁੰਦਾ? ਬਹੁਤ ਇਹ ਤੁਹਾਡੀ ਵਾਜਬ ਗੱਲ ਆ। ਇਹ ਦੇਖੋ ਬਹੁਤ ਵੱਡਾ ਨਾ ਇੱਕ ਇਹ ਜਿਹੜਾ ਵਾ ਮੁੱਦਾ ਕਹਿ ਲਓ, ਏਜੰਡਾ ਕਹਿ ਲਓ ਜੀ, ਦੇਸ਼ ਦੇ ਵਿੱਚ ਚੱਲ ਰਿਹਾ ਜੀ। 1982-83 'ਚ ਕਾਂਗਰਸ ਇਹਨੂੰ ਲੈ ਕੇ ਆਈ ਸੀ ਆਪਣੇ ਮੁਲਕ 'ਚ, ਜੀ, EVM ਨੂੰ। ਜੀ, ਜਦੋਂ EVM ਦੇ ਰਾਹੀਂ 2004 'ਚ ਕੇਂਦਰ ਦੀ ਸਰਕਾਰ ਬਣੀ, 9 'ਚ ਬਣੀ, ਤਾਂ ਕਿਤੇ ਨਾ ਕਿਤੇ ਉਹ ਘਪਲੇਬਾਜ਼ੀ ਫੜੀ ਗਈ। ਜੀ। ਫਿਰ ਇਹਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਹੋਈ ਆਪਸ ਦੇ ਵਿੱਚ ਵੀ 10 ਸਾਲ ਤੁਸੀਂ ਚਲਾ ਲਓ, 10 ਸਾਲ ਅਸੀਂ ਚਲਾਵਾਂਗੇ। BJP ਤੇ ਕਾਂਗਰਸ ਦੇ ਵਿੱਚ ਇਹ ਸਮਝੌਤਾ ਹੋਇਆ। ਤੁਸੀਂ ਮੈਨੂੰ ਪਿਛਲਾ ਰਿਕਾਰਡ ਚੱਕ ਕੇ ਦੇਖੋ, ਕਿਸ ਵੇਲੇ ਕਾਂਗਰਸ ਨੇ EVM ਦਾ ਵਿਰੋਧ ਕੀਤਾ ਹੋਵੇ? ਬਿਲਕੁਲ ਨਹੀਂ ਕੀਤਾ। ਔਰ ਜਦੋਂ ਕਾਂਗਰਸ ਦੀ ਸਰਕਾਰ ਸੀ, ਇਹਨਾਂ ਦੇ ਲਾਲ ਕ੍ਰਿਸ਼ਨ ਅਡਵਾਨੀ ਔਰ JVL ਨਰਸਿਮਹਾ ਜਿਹੜਾ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਨੇ, ਇਹਨਾਂ ਨੇ ਬਕਾਇਦਾ ਕਿਤਾਬ ਲਿਖੀ ਔਰ ਸੁਪਰੀਮ ਕੋਰਟ 'ਚ ਰਿਟ ਪਾਈ ਇਹਨਾਂ ਨੇ ਵੀ ਸਾਨੂੰ EVM ਨਹੀਂ ਚਾਹੀਦੀ ਸਾਡੇ ਦੇਸ਼ ਦੇ ਵਿੱਚ। ਹੁਣ ਉਹੀ EVM ਇਹਨਾਂ ਨੂੰ ਜਿਹੜੀ ਚੰਗੀ ਲੱਗ ਰਹੀ ਆ, ਕਿਉਂਕਿ EVM ਦੇ ਵਿੱਚ ਬਹੁਤ ਵੱਡਾ ਇੱਕ ਘਪਲਾ ਹੋ ਰਿਹਾ ਵਾ। ਸਾਡੇ ਮੁਲਕ ਦੇ ਵਿੱਚ ਤਕਰੀਬਨ 50% ਆਬਾਦੀ ਹਜੇ ਵੀ ਇਲਿਟਰੇਟ ਆ, ਜੀ, ਅਨਪੜ੍ਹ ਲੋਕ ਨੇ ਸਾਡੇ ਪਿੰਡਾਂ 'ਚ ਲੋਕ ਬੈਠੇ ਜਿਹੜੇ, ਔਰ ਉਹਨਾਂ ਨੂੰ EVM ਦਾ VVPAT ਦਾ ਕੀ ਪਤਾ ਉਹਨਾਂ ਲੋਕਾਂ ਨੂੰ। ਜੇ ਐਡੀ ਮਕਬੂਲੀਅਤ ਆ ਨਾ ਇਹਦੀ ਪ੍ਰਧਾਨ ਮੰਤਰੀ ਦੀ, ਨਰਿੰਦਰ ਮੋਦੀ ਦੀ, ਜਾਂ BJP RSS ਵਾਲ ਕਹਿ ਰਹੇ ਵੀ ਸਾਡਾ ਸਾਰੇ ਮੁਲਕ ਦੇ ਉੱਪਰ ਸਾਡੀ ਮਕਬੂਲੀਅਤ ਆ, ਤਾਂ ਮੈਂ ਇਹਨਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਤੁਸੀਂ ਆਉਣ ਵਾਲੇ ਇਲੈਕਸ਼ਨ, ਆ ਬੰਗਾਲ 'ਚ ਹੁਣ ਇਲੈਕਸ਼ਨ ਹੋਣੇ ਨੇ ਜੀ, ਉਦੋਂ ਬਾਅਦ 22 ਦੇ ਵਿੱਚ ਉੱਤਰਾਖੰਡ, ਪੰਜਾਬ ਤੇ UP ਦੇ ਇਲੈਕਸ਼ਨ ਆ। ਤੁਸੀਂ ਐਂ ਕਰੋ ਫਿਰ, ਜੇ ਤੁਹਾਡੀ ਐਡੀ ਮਕਬੂਲੀਅਤ ਆ ਤਾਂ ਕਰਾਓ ਵੋਟ ਫਿਰ ਬੈਲਟ ਪੇਪਰ ਤੇ ਜੀ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਇਹਨਾਂ ਨੂੰ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ ਤੇ ਸਿਰਫ ਏਜੰਡਾ ਆਪਣੇ ਕਾਰਪੋਰੇਟ ਘਰਾਣਿਆਂ ਨੂੰ। ਕਿਉਂਕਿ ਇਹਨਾਂ ਨੇ 에ਅਰਪੋਰਟ ਇਹਨਾਂ ਨੇ ਵੇਚਤੇ, ਰੇਲਵੇ ਇਹਨਾਂ ਨੇ ਵੇਚਤੀ, LIC ਇਹਨਾਂ ਨੇ ਵੇਚਤੀ, ਆ ਤੁਹਾਡੀ BSNL ਇਹਨਾਂ ਨੇ ਵੇਚਤੀ। ਔਰ ਹੋਰ ਤਾਂ ਛੱਡੋ ਤੁਸੀਂ, ਆ ਜਿਹੜੇ ਸਾਡੇ ਹੁਣ ਅਸੀਂ ਰਿਜ਼ਰਵੇਸ਼ਨ ਦੀ ਗੱਲ ਕਰਦੇ ਆ, ਕਾਹਦੀ ਰਿਜ਼ਰਵੇਸ਼ਨ ਰਹਿ ਗਈ ਬਈ? ਸਾਰਾ ਕੁਝ ਪ੍ਰਾਈਵੇਟ ਹੋ ਰਿਹਾ, ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਵਾ। ਉਹ ਜੇ ਤੁਸੀਂ ਆਪਣੀ ਰੇਲਵੇ ਜਾਂ ਆਪਣੀ 에ਅਰਲਾਈਨ, ਆਪਣੇ 에ਅਰਪੋਰਟ ਸਰਕਾਰ ਨਹੀਂ ਸਹੀ ਢੰਗ ਨਾਲ ਚਲਾ ਸਕੀ, ਤੁਹਾਨੂੰ ਕੋਈ ਫਾਇਦਾ ਨਹੀਂ ਹੋਇਆ, ਤਾਂ ਜਿਹੜਾ ਤੁਹਾਡੇ ਤੋਂ ਖਰੀਦ ਰਿਹਾ ਉਹ ਫਾਇਦਾ ਕਿੱਦਾਂ ਹੋ ਜਾਊਗਾ ਉਹਨੂੰ? ਇਹ ਸਾਰੀ ਘਪਲੇਬਾਜ਼ੀ ਆ। ਇਹ ਸਿਰਫ 3-4 ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਨਰਿੰਦਰ ਮੋਦੀ ਤੇ ਉਹਦੀ ਪਾਰਟੀ ਜਿਹੜੀ ਆ 3-4 ਰਲੇ ਹੋਏ ਆ। ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਔਰ ਅੱਗੇ ਵੀ ਕਰਨਗੇ, ਕਿਉਂਕਿ ਬੜੀ ਮਿਹਨਤ ਨਾਲ ਇਹ ਤੁਹਾਡੇ ਮੇਰੇ ਸਾਰਿਆਂ ਦੇ ਸਾਡੇ ਟੈਕਸ ਦੇ ਨਾਲ ਇਹ ਜਿਹੜਾ ਮੁਲਕ ਖੜਾ ਹੋਇਆ, ਇਹ ਨਰਿੰਦਰ ਮੋਦੀ ਦੇ ਬਾਪ ਦੀ ਜ਼ਮੀਨ ਨਹੀਂ ਆ ਇਹ, ਔਰ ਨਾ ਹੀ ਇਹ ਕਿਤੇ ਇਹ ਸਮਝੇ ਵੀ ਕਿਤੇ ਮੇਰਾ ਕਬਜ਼ਾ ਹੀ ਹੋ ਗਿਆ ਤੇ। ਇਹ ਦੁਨੀਆ ਵਾ, ਦੇਸ਼ ਆ, ਪੰਜਾਬ ਆ, ਜਿਹੜੀਆਂ ਸਾਡੀਆਂ ਸਟੇਟਾਂ ਨੇ। ਜੇ ਸਾਡੇ ਲੋਕ ਇਹਨਾਂ ਨੂੰ ਸਿਰਾਂ ਤੇ ਬਿਠਾਣਾ ਜਾਣਦੇ ਆ ਤਾਂ ਲਾਣਾ ਵੀ ਜਾਣਦੇ ਆ। ਇਸ ਕਰਕੇ ਇਹ ਬੈਲਟ ਪੇਪਰ ਦੇ ਰਾਹੀਂ ਵੋਟ ਕਰਾਉਣ, ਇਹਨਾਂ ਨੂੰ ਅਕਲ ਆ ਜਾਊਗੀ। ਲਵਲੀ ਜੀ, ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਕਿ ਦੂਜੇ ਮੁਲਕਾਂ ਦੇ ਬਜਾਏ ਲੋਕ ਨਰਿੰਦਰ ਮੋਦੀ ਨੂੰ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਨੂੰ ਬਹੁਤ ਹੀ ਇੱਕ ਮਾੜਾ ਪ੍ਰਧਾਨ ਮੰਤਰੀ ਕਹਿ ਰਹੇ ਨੇ।
ਦੂਜੇ ਮੁਲਕਾਂ ਦੇ ਬਾਰੇ ਬਹੁਤ ਹੀ ਕੰਪੈਰੀਜ਼ਨ ਕਰ ਰਹੇ ਨੇ ਤੇ ਇਹਨੂੰ ਬਹੁਤ ਮਾੜਾ ਪ੍ਰਧਾਨ ਮੰਤਰੀ ਕਿਹਾ ਜਾ ਰਿਹਾ। ਕੀ ਕਾਰਨ ਲੱਗਦਾ ਤੁਹਾਨੂੰ? ਜਿਹੜਾ ਕੋਈ ਮਾੜਾ ਕਰੂਗਾ ਉਹਨੂੰ ਮਾੜਾ ਹੀ ਕਿਹਾ ਜਾਊਗਾ। ਇਹ ਸਾਡਾ ਮੁਲਕ ਨਹੀਂ ਮਾੜਾ ਹੈਗਾ ਜੀ। ਪਾਕਿਸਤਾਨ ਦੇ ਨਾਲ ਕਈ ਲੋਕ ਇਹਦਾ ਕੰਪੈਰੀਜ਼ਨ ਕਰਦੇ ਨੇ। ਮੈਂ ਉਹੀ ਗੱਲ ਕਹਿ ਰਿਹਾ ਸੀਗਾ ਫਜਿੰਦਰ ਜੀ, ਵੀ ਜਦੋਂ ਕਿਸਾਨ ਵਰਗ, ਮਜ਼ਦੂਰ ਵਰਗ, ਵਪਾਰੀ ਵਰਗ, ਮੁਸਲਿਮ ਸਮਾਜ, ਸਾਡਾ ਬਹੁਜਨ ਸਮਾਜ, ਉਹ ਸਾਰੇ ਲੋਕ ਤੇਰੇ ਤੋਂ ਦੁਖੀ ਨੇ। ਇਹਨੇ ਸਾਡੇ ਦੇਸ਼ ਦੀ ਦੁਰਦਸ਼ਾ ਕੀਤੀ ਆ ਨਰਿੰਦਰ ਮੋਦੀ ਨੇ ਜੀ। ਪਿਛਲੇ 6 ਸਾਲਾਂ ਤੋਂ ਜਦੋਂ ਤੋਂ ਇਹ ਗੱਦੀ ਤੇ ਬੈਠਿਆ, ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਮੁਲਕ ਦਾ। ਔਰ ਤੁਸੀਂ ਚਾਹੇ ਇਹਦੀ ਦੂਜੀ ਗੱਲ ਕਰ ਲਓ, ਉਹਦੀ ਵੀ ਸਾਡੀ ਦੇਸ਼ ਦੀ ਜਿਹੜੀ ਰੇਸ਼ੋ ਆ ਕਿੱਥੇ ਚਲੇਗੀ, -24% ਤੱਕ ਪਹੁੰਚ ਗਏ ਸੀ ਅਸੀਂ GDP ਜਿਹੜੀ ਆ। ਔਰ ਦੂਜੇ ਪਾਸੇ ਜਿਹੜੇ ਦੇਸ਼ ਦਾ ਇੱਕ ਸੁਖਾਵਾਂ ਮਾਹੌਲ ਸੀਗਾ, ਚਾਹੇ ਜਿਹੜੀ ਪਿਛਲੀ ਸਰਕਾਰ ਦੇ ਕੇ ਗਈ, ਉਹ ਤਾਂ ਕਿਤੇ ਦੂਰ ਰਹਿ ਗਿਆ ਹੁਣ। ਹੁਣ ਤਾਂ ਤੁਸੀਂ ਦੇਖੋ ਵੀ ਕਿਹੜਾ ਸਮਾਜ ਆ, ਚਾਹੇ ਮੁਸਲਿਮ ਸਮਾਜ ਦੀ ਗੱਲ ਕਰੋ, ਹਿੰਦੂ ਸਮਾਜ ਦੀ ਗੱਲ ਕਰੋ, ਇਹ ਤਾਂ ਆਪਸ 'ਚ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਨੇ। ਮੈਂ ਦੇਖੋ ਨਾ, ਮੈਂ ਕਿਸੇ ਮੁਲਕ ਨੂੰ ਮਾੜਾ ਨਹੀਂ ਕਹਿੰਦਾ, ਉਹਨਾਂ ਦੀ ਆਪਣੀ ਸੋਚ ਆ, ਚਾਹੇ ਉਹ ਪਾਕਿਸਤਾਨ ਆ, ਬੰਗਲਾਦੇਸ਼ ਆ, ਕੋਈ ਵੀ ਮੁਲਕ ਆ। ਅਸੀਂ ਆਪਣੇ ਮੁਲਕ ਦੀ ਗੱਲ ਕਰ ਰਹੇ ਹਾਂ। ਇਹ ਸਾਰਾ ਸਮਾਜ, ਸਾਰਾ ਦੇਸ਼ ਦੁਖੀ ਹੋਇਆ ਇੱਕ ਬੰਦੇ ਤੋਂ। ਇਹ ਜਿਹੜਾ ਚਾਹ ਵੇਚਣ ਵਾਲੀ ਗੱਲ ਕਰਦਾ ਸੀਗਾ, ਉਹ ਤਾਂ ਯਾਰ ਵਰਲਡ ਕੱਪ ਜਿੱਤ ਕੇ ਆਇਆ ਸੀ 87 ਦੇ ਵਿੱਚ। ਇਮਰਾਨ ਖਾਨ ਵਰਲਡ ਕੱਪ ਜਿੱਤ ਕੇ ਆਇਆ, ਫੇਮਸ ਹੋਇਆ, ਚਲੋ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਜਿਤਾਤਾ। ਉਹ ਦੇਸ਼ ਜਿੱਥੇ ਲਿਜਾਵੇ ਨਾ ਲਿਜਾਵੇ ਉਹਦੀ ਸਿਰਦਰਦੀ ਆ। ਉਹ ਸਾਡੇ ਵਾਲਾ ਤਾਂ ਚਾਹ ਦੇ ਕੱਪ ਧੋ ਕੇ ਪ੍ਰਧਾਨ ਮੰਤਰੀ ਬਣ ਗਿਆ। ਪਤਾ ਨਹੀਂ ਸਾਲੀ ਤਾਂ ਹੀ ਸੋਚ ਉੱਥੇ ਖੜੀ ਹੈ ਇਹਦੀ। ਕੋਈ ਬੰਦੇ ਦੀ ਮੈਂਟੈਲਿਟੀ ਹੁੰਦੀ ਆ, ਕੋਈ ਸੋਚ ਹੁੰਦੀ ਆ। ਤੂੰ ਇੱਕ ਸਾਡੇ ਮੁਲਕ ਦਾ ਵਜ਼ੀਰ ਆ, ਤੂੰ ਇੱਕ ਵਜ਼ੀਰੇ ਆਜ਼ਮ ਆ, ਦੇਸ਼ ਦਾ ਪ੍ਰਧਾਨ ਮੰਤਰੀ ਆ ਤੂੰ। ਸੋ ਜਿੱਦਾਂ ਇਮਰਾਨ ਖਾਨ ਆ, ਇਹਨਾਂ ਨੇ 87 ਦੇ ਵਿੱਚ ਰਿਲਾਇੰਸ ਵਰਲਡ ਕੱਪ ਹੋਇਆ ਸੀਗਾ। ਉਹ ਰਿਲਾਇੰਸ ਵਰਲਡ ਕੱਪ ਜਿਹੜਾ ਇਹ ਪਾਕਿਸਤਾਨ ਜਿੱਤਿਆ ਜੀ, ਉਹ ਤਾਂ ਚਲੋ ਵਰਲਡ ਕੱਪ ਜਿੱਤ ਕੇ ਮਕਬੂਲੀਅਤ ਹੋਈ ਉਹਦੀ ਦੇਸ਼ ਦੇ ਵਿੱਚ। ਲੋਕਾਂ ਨੇ ਉਹਨੂੰ ਇੱਕ ਵਾਰੀ ਮੌਕਾ ਦਿੱਤਾ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਔਰ ਦੇਸ਼ ਨੂੰ ਵਧੀਆ ਰਸਤੇ 'ਤੇ ਲੈ ਕੇ ਚੱਲੇ, ਕਿਉਂਕਿ ਲੋਕ ਚੇਂਜ ਚਾਹੁੰਦੇ ਨੇ। ਸਾਡੇ ਇੱਥੇ ਉਲਟ ਹੋ ਗਿਆ। ਸਾਡੇ ਇੱਥੇ ਆ ਕੱਪ ਧੋਂਦੇ ਇਹਨੇ ਦੇਸ਼ ਹੀ ਮਾਂਜ ਕੇ ਰੱਖਤਾ ਸਾਰਾ। ਡੇਚਕੀਆਂ, ਪਤੀਲੇ, ਤਸਲੇ, ਮੁੱਦੇ। ਕਹਿਣ ਤੋਂ ਮੇਰਾ ਭਾਵ ਕੀ ਆ ਵੀ ਇੱਕ ਸੋਚ ਹੁੰਦੀ ਆ ਬੰਦੇ ਦੀ, ਇੱਕ ਮੈਂਟੈਲਿਟੀ ਹੁੰਦੀ ਆ ਵੀ ਯਾਰ ਮੈਂ ਆਪਣੇ ਜੇ ਮੁਲਕ ਦਾ ਅੱਜ ਮੈਂ ਵਜ਼ੀਰੇ ਆਜ਼ਮ ਆ ਤਾਂ ਮੈਂ ਦੇਸ਼ ਨੂੰ ਕਿਹੜੇ ਪਾਸੇ ਲੈ ਕੇ ਜਾਣਾ। ਮੈਂ ਕਮਾਲ ਦੀ ਗੱਲ ਆ ਤੁਹਾਡੀ ਯਾਰ। ਤੁਸੀਂ ਦੇਖੋ ਜਦੋਂ ਇਹਨਾਂ ਨੇ ਨੋਟਬੰਦੀ ਕੀਤੀ, ਇਹਨਾਂ ਨੇ RBI ਦਾ ਗਵਰਨਰ ਸੀਗਾ ਰਾਜਨ ਰਘੂਰਾਮ ਜੀ, ਉਹ ਵਿਚਾਰਾ ਪਿੱਟਦਾ ਮਰ ਗਿਆ ਵੀ ਜੀ ਆਹ ਪੰਗਾ ਨਾ ਲਿਓ, ਦੇਸ਼ ਬਰਬਾਦੀ ਵਾਲੇ ਪਾਸੇ ਤੁਰ ਪਊਗਾ। ਲੇਕਿਨ ਇਹ ਜਾਂ ਮੂਰਖ ਪ੍ਰਧਾਨ ਮੰਤਰੀ ਗੱਲ ਹੀ ਨਹੀਂ ਸੁਣਦਾ ਕਿਸੇ ਦੀ। ਉਹ ਜਿਹੜੇ ਬਿਊਰੋਕਰੇਟਸ ਨੂੰ ਅਸੀਂ ਲੱਖਾਂ ਰੁਪਏ ਤਨਖਾਹ ਦਿੰਦੇ ਆ, ਜਿਨ੍ਹਾਂ ਨੇ ਜਿੰਨੇ ਵੀ ਫਾਈਨੈਂਸ ਸੈਕਟਰੀ ਆ, ਚੀਫ ਸੈਕਟਰੀ ਆ, ਐਗਰੀਕਲਚਰ ਸੈਕਟਰੀ ਆ, ਹਰ ਇੱਕ ਡਿਪਾਰਟਮੈਂਟ ਦੇ ਇਹਨਾਂ ਨੇ ਸੈਕਟਰੀ ਰੱਖੇ ਹੁੰਦੇ। IAS ਅਫਸਰ ਹੁੰਦੇ ਨੇ ਵਧੀਆ, ਉਹ ਜਿਹੜਾ ਉਹਨਾਂ ਦੀ ਰੈਂਕਿੰਗ ਹੁੰਦੀ ਹੈ। ਜਦੋਂ ਤੁਸੀਂ ਉਹਨਾਂ ਅਫਸਰਾਂ ਦੀ ਗੱਲ ਹੀ ਨਹੀਂ ਸੁਣਨੀ ਕੋਈ, ਤਾਂ ਐਡੀ ਫੌਜ ਕਾਹਦੇ ਲਈ ਰੱਖੀ ਹੋਈ ਆ ਫਿਰ ਇਹਨੇ? ਜੇ ਆਪਣੀਆਂ ਚੰਮਦੀਆਂ ਚਲਾਣੀਆਂ ਨੇ ਤਾਂ ਚਲਾਵੇ ਫਿਰ ਇਹ। ਕਿਉਂ? ਇਹਨੇ ਦੇਖੋ, ਇਹ ਦੇਸ਼ ਇਹਦੇ ਇਕੱਲੇ ਦਾ ਨਹੀਂ ਆ, ਨਰਿੰਦਰ ਮੋਦੀ ਦਾ, ਜਾਂ ਦੇਸ਼ ਅਮਿਤ ਸ਼ਾਹ ਦਾ ਨਹੀਂ ਆ। ਇਹ ਦੇਸ਼ ਸਾਰੇ ਦੇਸ਼ ਵਾਸੀਆਂ ਦਾ ਵਾ, ਜਿਨ੍ਹਾਂ ਨੇ ਆਪਣਾ ਖੂਨ ਪਸੀਨੇ ਦੀ ਕਮਾਈ ਦੇ ਨਾਲ ਦੇਸ਼ ਨੂੰ ਅੱਜ ਇੱਦਾਂ ਦੇ ਇੱਕ ਮੁਕਾਮ 'ਤੇ ਪਹੁੰਚਾਇਆ ਵੀ ਲੋਕ ਅੱਡੀਆਂ ਚੱਕ ਕੇ ਭਾਰਤ ਵੱਲ ਨੂੰ ਦੇਖਦੇ ਆ ਵੀ ਇਹ ਜਿਹੜਾ ਵਾ ਅਗਾਂਹ ਵਧੂ ਦੇਸ਼ ਹੈ ਇੱਕ, ਅਤੇ ਅਸੀਂ ਇਹਦੇ 'ਚ ਆਪਣੀ ਕੋਈ ਇੰਡਸਟਰੀ ਲਗਾਈਏ, ਕੁਛ ਨਾ ਲਗਾਈਏ। ਲੇਕਿਨ ਜਦੋਂ ਤੋਂ ਇਹ ਬੰਦਾ ਵਾਪਸ ਇੱਥੇ ਬੈਠਾ, ਇਹਨਾਂ ਨੇ, ਤੁਸੀਂ ਮੈਨੂੰ ਦੱਸੋ ਕਿਹੜੀ ਇੰਡਸਟਰੀ ਬਾਹਰੋਂ ਆ ਗਈ, ਕਿੰਨੀ ਇਨਵੈਸਟਮੈਂਟ ਹੋ ਗਈ? ਇਹ FDI ਦੀ ਗੱਲ ਕਰਦੇ ਆ, ਫੋਰਨ ਡਾਇਰੈਕਟ ਇਨਵੈਸਟਮੈਂਟ, ਕਿੰਨੀ ਕੁ ਇਨਵੈਸਟਮੈਂਟ ਆ ਗਈ ਸਾਨੂੰ ਦੱਸਣ ਤਾਂ ਸਹੀ। ਇਹ ਤਾਂ ਜਿਹੜੇ ਦੇਖੋ ਇਹਨਾਂ ਦੇ ਜਿਹੜੇ ਇੱਕ ਹਰ ਸਾਲ ਸਰਕਾਰ ਨੂੰ ਰਿਪੋਰਟ ਦੇਣੀ ਪੈਂਦੀ ਆ ਆਪਣੀ ਵੀ ਆਹ ਸਾਡੇ ਕੋਲ ਇੰਨਾ ਜੀ, ਬਾਹਰੋਂ ਸਾਡੇ ਕੋਲ ਇਨਵੈਸਟਮੈਂਟ ਆ ਗਈ, ਇੰਨਾ ਸਾਡੇ ਕੋਲ ਜਿਹੜਾ ਸਾਡੇ ਕੋਲ ਫਾਈਨੈਂਸ ਪਿਆ ਉਹ ਪਿਆ। ਕੁਛ ਨਹੀਂ, ਟੋਟਲੀ ਖਤਮ ਆ। ਸੋਨਾ ਤੱਕ ਦੇਸ਼ ਦਾ ਗਿਰਵੀ ਪਿਆ। RBI ਦਾ ਰਿਜ਼ਰਵ ਪੈਸਾ ਤੱਕ ਕਢਾ ਕੇ ਖਾ ਗਏ ਲੋਕ। ਉਹ ਜਿੰਨੇ ਬਾਹਰ ਪੈਸਾ ਲਾ ਕੇ ਭੱਜੇ ਲੱਖਾਂ ਕਰੋੜ ਰੁਪਈਆ ਮੁਲਕ ਦਾ, ਉਹ ਸਾਰੇ ਗੁਜਰਾਤੀ ਨੇ, ਕਿਉਂਕਿ ਸਾਡਾ ਪ੍ਰਧਾਨ ਮੰਤਰੀ ਗੁਜਰਾਤ ਦਾ ਵਾ। ਇਹਨਾਂ ਨੇ ਸ਼ੈਲਟਰ ਦਿੱਤੀ ਇਹਨਾਂ ਨੂੰ, ਚਾਹੇ ਵਿਜੇ ਮਾਲਿਆ ਦੀ ਗੱਲ ਕਰੋ, ਨੀਰਵ ਮੋਦੀ ਦੀ ਗੱਲ ਕਰੋ, ਕਿਤੇ ਤੁਹਾਨੂੰ ਮੈਂ ਨਾਮ ਗਿਣਾਵਾਂ, ਸਾਰੇ ਗੁਜਰਾਤ ਦੇ ਆ ਲੋਕ ਇਹ। ਔਰ ਇੱਕ ਨਵਾਂ ਘਪਲਾ ਹੋਇਆ, ਕੱਲ੍ਹ ਫੜਿਆ ਇੱਕ ਸਕੈਂਡਲ, ਆ ਜਿਹੜਾ ਉੱਥੇ ਸਟੈਚੂ ਲਾਇਆ ਸੀਗਾ ਸਰਦਾਰ ਪਟੇਲ ਦਾ, 3000 ਕਰੋੜ 3500 ਕਰੋੜ ਰੁਪਈਆ ਖਰਚ ਕੇ, ਉੱਥੇ ਟਿਕਟਾਂ ਦੀ ਵੰਡ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਨਿਕਲਿਆ ਆ। ਜਿਹੜੇ ਉੱਥੇ ਟਿਕਟਾਂ ਬਣਦੇ ਸੀਗੇ ਨਾ ਵੀ ਦੇਖਣ ਲਈ ਜਾ ਰਹੇ ਨੇ ਲੋਕ, ਉੱਪਰ ਕੈਫੇ ਬਣਿਆ ਹੋਇਆ ਸਾਰਾ ਕੁਛ ਆ, ਉਹਦੇ 'ਚ ਕਰੋੜਾਂ ਰੁਪਏ ਦਾ ਘਪਲਾ ਹੋ ਗਿਆ, ਉਹ ਵੀ ਗੁਜਰਾਤ 'ਚ ਹੀ ਆ। ਸੋ ਇਹ ਜਿਹੜੇ ਗੁਜਰਾਤ ਆ ਇੱਕ ਬੜੀ ਵਧੀਆ ਸਟੇਟ ਸੀਗੀ, ਪਰ ਇੱਦਾਂ ਦੇ ਭੜੂਏ ਲੋਕਾਂ ਨੇ ਆ ਕੇ ਗੁਜਰਾਤ ਦਾ ਵੀ ਜਿਹੜਾ ਬੇੜਾ ਗਰਕ ਕੀਤਾ, ਅਤੇ ਦੇਸ਼ ਦਾ ਤਾਂ ਇਹਨਾਂ ਨੇ ਬੇੜਾ ਗਰਕ ਕਰਨਾ ਹੀ ਕਰਨਾ ਸੀਗਾ। ਔਰ ਮੈਂ ਦੇਖੋ ਗੱਲ ਇਹ ਆ ਵੀ ਕਿਸਾਨੀ ਤੋਂ ਬਿਨਾਂ, ਮਜ਼ਦੂਰ ਤੋਂ ਬਿਨਾਂ, ਇਹ ਰੀੜ੍ਹ ਦੀ ਹੱਡੀ ਆ ਦੇਸ਼ ਦੇ। ਇਸ ਕਰਕੇ ਇਹਨਾਂ ਨੂੰ ਦੁਖੀ ਨਾ ਕਰੋ, ਇਹਨਾਂ ਦੀਆਂ ਵਾਜਬ ਮੰਗਾਂ ਮੰਨ ਕੇ ਇਹਨਾਂ ਨੂੰ ਤੁਸੀਂ ਕੋਈ ਸਿਖਾਵਾਂ ਜਾਂ ਮਾਹੌਲ ਦਿਓ, ਇਹ ਲੋਕ ਆਪਣੇ ਘਰਾਂ ਨੂੰ ਜਾਣ, ਇੰਨੀ ਠੰਡ ਦੇ ਵਿੱਚ ਜਿਹੜੇ ਸੜਕਾਂ 'ਤੇ ਬੈਠੇ ਆ। ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ, ਜੇ ਗੱਲ ਕਰੀਏ ਪੰਜਾਬ ਦੇ ਸਭ ਤੋਂ ਜ਼ਿਆਦਾ
NRI ਲੋਕ ਪੰਜਾਬ ਨੂੰ ਸਪੋਰਟ ਕਰਦੇ ਆ। ਔਰ ਅੱਜ ਕਿਸਾਨੀ ਜੋ ਇੱਕ ਸੰਘਰਸ਼ ਕਰ ਰਹੀ ਆ, ਕਿਸਾਨ ਸੰਘਰਸ਼ ਕਰ ਰਹੇ ਆ, ਕਿਸਾਨੀ ਇੱਕ ਮੰਦਹਾਲੀ ਹਾਲਤ ਹੋ ਚੁੱਕੀ ਕਿਸਾਨਾਂ ਦੀ ਇਹਨਾਂ ਬਿੱਲਾਂ ਨੂੰ ਲੈ ਕੇ। ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਸਦੇ ਜੋ ਸਾਡੇ ਪੰਜਾਬੀ ਭਰਾ ਨੇ, ਇਸ ਚੈਨਲ ਨੂੰ ਦੇਖ ਰਹੇ ਨੇ, ਉਹ ਵੀ ਭਰਾ ਸਾਡੇ ਉਧਰ ਬਾਹਰ ਕਿਸਾਨਾਂ ਦੇ ਲਈ ਸੰਘਰਸ਼ ਕਰ ਰਹੇ ਨੇ, ਆਪਣੇ ਆਪਣੇ ਤੌਰ ਤੇ, ਆਪਣੇ ਆਪਣੇ ਤਰੀਕੇ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਨੇ। ਸੋ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੋ ਦਰਸ਼ਕ ਚੈਨਲ ਨੂੰ ਦੇਖਦੇ ਨੇ? ਫੈਨ ਅੰਬੇਦਕਰ ਟੀਵੀ ਦੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਮੈਂ ਇੱਕ ਅਪੀਲ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚੋਂ ਤਕਰੀਬਨ ਹਰ ਘਰ 'ਚੋਂ ਇੱਕ ਨਾ ਇੱਕ ਸ਼ਖਸ ਜਿਹੜਾ ਵਾ ਬਾਹਰ ਬੈਠੇ ਆ। ਉਹ ਜਿਹੜੇ ਸਾਡੇ NRI ਭਰਾ ਨੇ, ਉਹ ਹਮੇਸ਼ਾ ਹੀ ਆਪਣੇ ਪੰਜਾਬ ਨੂੰ, ਆਪਣੀ ਪੰਜਾਬੀ ਨੂੰ, ਆਪਣੀ ਪੰਜਾਬੀਅਤ ਨੂੰ ਪ੍ਰਫੁੱਲਿਤ, ਵੱਧਦਾ ਫੁੱਲਦਾ ਦੇਖਣਾ ਚਾਹੁੰਦੇ ਨੇ ਜੀ। ਲੇਕਿਨ ਇਹ ਜਿਹੜੀ ਤੁਸੀਂ ਕਿਸਾਨੀ ਦੀ ਗੱਲ ਕੀਤੀ ਆ ਨਾ ਫਜਿੰਦਰ ਜੀ, ਇਹ ਕਿਤੇ 2 4 5 ਸਾਲ ਦਾ ਰੇੜਕਾ ਨਹੀਂ ਹੈਗਾ। ਇਹ ਜਦੋਂ ਤੋਂ ਬਟਵਾਰਾ ਹੋਇਆ 66 ਦੇ ਵਿੱਚ ਸਾਡੇ ਤੋਂ ਹਰਿਆਣਾ ਪਰੇ ਕਰਤਾ ਇਹਨਾਂ ਨੇ। ਇਹ ਬੜੀ ਇੱਕ ਸੋਚੀ ਸਮਝੀ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਨਾਲ ਹਮੇਸ਼ਾ ਕੇਂਦਰ ਦੀ ਸਰਕਾਰ ਨੇ ਵਿਤਕਰਾ ਕੀਤਾ ਵਾ, ਔਰ ਅੱਜ ਵੀ ਕਰਦੇ ਆ ਰਹੇ ਨੇ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਸਾਨੂੰ ਕੋਈ ਡੱਕਣ ਵਾਲਾ ਤਾਂ ਇਕੱਲਾ ਪੰਜਾਬ ਹੀ ਆ। ਇਸ ਕਰਕੇ ਪੰਜਾਬ ਦੇ ਇਹਨਾਂ ਨੇ ਟੁਕੜੇ ਕੀਤੇ। ਪੰਜਾਬ ਇੱਕ ਐਡਾ ਵੱਡੀ ਸਟੇਟ ਸੀਗੀ, ਕਿੱਥੇ ਅਫਗਾਨਿਸਤਾਨ ਨੂੰ ਜਾ ਕੇ ਲੱਗਦੀ ਸੀ ਤੇ ਕਿੱਥੇ ਦਿੱਲੀ ਤੋਂ ਵੀ ਪਰੇ ਤੱਕ ਸੀਗੀ ਅਸੀਂ ਬੈਠੇ ਹੋਏ, ਤੇ ਹੁਣ ਇੱਕ ਛੋਟੀ ਜੀ ਸੂਬੀ ਬਣਾ ਕੇ ਰੱਖਤੀ ਆ। ਲੇਕਿਨ ਸਾਡੇ ਪੰਜਾਬ ਦੇ ਜਿਹੜੇ ਸਿਰੜੀ ਪੰਜਾਬੀ ਲੋਕ, ਜਿਹੜੇ ਬਾਹਰ ਵੀ ਲੋਕ ਬੈਠੇ ਨੇ ਜਾਂ ਪੰਜਾਬ 'ਚ ਵੀ ਜਿਹੜੀਆਂ ਮਿਹਨਤਾਂ ਕਰਦੇ ਨੇ, ਇਹਨਾਂ ਨੂੰ ਪਤਾ ਵੀ ਅਸੀਂ ਆਪਣੀ ਮੁਲਕ ਨੂੰ, ਆਪਣੀ ਸਟੇਟ ਨੂੰ, ਆਪਣੇ ਪੰਜਾਬ ਨੂੰ ਅਸੀਂ ਕਿੱਦਾਂ ਅੱਗੇ ਲੈ ਕੇ ਜਾਣਾ। ਲੇਕਿਨ ਜੇ ਇੱਦਾਂ ਦੇ ਸਿਰ ਫਿਰੇ ਜਿਹੜੇ ਪ੍ਰਧਾਨ ਮੰਤਰੀ ਇੱਦਾਂ ਦੇ ਜਿੱਦਾਂ ਦੇ ਬਿਠਾਏ ਹੋਏ ਨੇ, ਜੇ ਇੱਦਾਂ ਦੇ ਲੋਕ ਮੂਹਰੇ ਹੋ ਕੇ ਕੰਮ ਕਰਨਗੇ ਤਾਂ ਫਿਰ ਦੇਸ਼ ਦਾ ਕੁਝ ਨਹੀਂ ਬਚਣਾ। ਜੇ ਪੰਜਾਬ ਡੁੱਬ ਗਿਆ ਤਾਂ ਦੇਸ਼ ਡੁੱਬ ਜੂਗਾ, ਫਿਰ ਇਹਨੂੰ ਬਚਾਉਣ ਵਾਲਾ ਕੋਈ ਨਹੀਂਗਾ। ਜਿਹੜੇ NRI ਭਰਾ ਸਾਡੇ ਬਾਹਰ ਬੈਠੇ ਨੇ, ਉਹ ਤਾਂ ਤੁਹਾਨੂੰ ਫਾਈਨੈਂਸ਼ੀਅਲੀ ਮਦਦ ਕਰ ਸਕਦੇ ਨੇ, ਤੁਹਾਨੂੰ ਜੋ ਕੁਝ ਚਾਹੀਦਾ ਤੁਹਾਨੂੰ ਮੁਹੱਈਆ ਕਰਾ ਸਕਦੇ ਨੇ, ਲੇਕਿਨ ਕਰਨਾ ਦੇਸ਼ ਦੇ ਹੁਕਮਰਾਨਾਂ ਨੇ ਆ। ਇਹ ਜਿਹੜੇ ਹੁਕਮਰਾਨ ਅੱਜ ਦੀ ਤਰੀਕ ਦੇ ਵਿੱਚ ਦੇਸ਼ ਤੇ ਕਾਬਜ਼ ਨੇ, ਇਹਨਾਂ ਦੀ ਸੋਚ ਆ ਵੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ। ਇਹਨਾਂ ਦੀ ਸੋਚ ਜਿਹੜੀ ਆ RSS ਇਹਦੀ ਮਾਂ ਵਾ, RSS ਦੀ ਮਾਂ ਕਾਂਗਰਸ ਆ। ਇਹ ਸਾਰੇ ਚੱਟੇ ਬੱਟੇ ਇੱਕੋ ਹੀ ਥਾਲੀ ਦੇ ਆ। ਇਹਨਾਂ ਦੀ ਜਿਹੜੀ ਸੋਚ ਆ ਵੀ ਦੇਸ਼ ਨੂੰ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਔਰ ਇੱਥੇ ਮੈਂ ਇਹ ਚੇਤਾਵਨੀ ਦੇਣੀ ਚਾਹੁੰਦਾ ਵੀ ਇਹ ਜਿਹੜੀਆਂ ਲੂੰਬੜ ਚਾਲਾਂ ਨੇ ਨਾ, ਇਹਨਾਂ ਨੂੰ ਆਪਣੇ ਘਰੇ ਹੀ ਰੱਖੋ। ਜੇ ਕਿਤੇ ਕਿਤੇ ਪਸੂੜੀ ਨਾ ਹਟੀ ਇਹ, ਤਾਂ ਫਿਰ ਜਿਹੜਾ ਵਾ ਮੁੜ ਕੇ ਮੁਲਕ ਨਹੀਂ ਸੰਭਿਆ ਜਾਣਾ ਇਹਨਾਂ ਤੋਂ ਜੀ। ਇਸ ਕਰਕੇ ਦੇਖੋ, ਜਦੋਂ ਸਾਰੇ ਹੀ ਇਹਨਾਂ ਤੋਂ ਸਮਾਜ ਖਿਲਾਫ ਹੈ ਇਹਨਾਂ ਦੇ, ਤਾਂ ਇਹ ਫਿਰ ਕਿਹੜੇ ਢੰਗ ਨਾਲ ਐਡੇ ਐਡੇ ਤੁਰਲੇ ਛੱਡ ਕੇ ਪੱਗਾਂ ਦੇ 15 ਅਗਸਤ ਨੂੰ ਤੇ 26 ਜਨਵਰੀ ਨੂੰ ਸਾਡਾ ਪ੍ਰਧਾਨ ਮੰਤਰੀ ਜਿਹੜਾ ਵਾ 15 ਅਗਸਤ ਨੂੰ ਜਦੋਂ ਲਾਲ ਕਿਲੇ ਤੋਂ ਉੱਥੋਂ ਝੰਡਾ ਲਹਿਰਾਉਂਦੇ ਨੇ, 5-6 ਫੁੱਟ ਦਾ ਇਹਨੇ ਪਿੱਛੇ ਲੜ ਛੱਡਿਆ ਹੁੰਦਾ ਪੱਗ ਦਾ ਐਡਾ ਪੱਗੜ ਬੰਨ੍ਹ ਕੇ, ਤਾਂ ਕਿਹੜੇ ਚੌੜਾ ਹੋ ਕੇ ਤੁਰਿਆ ਫਿਰਦਾ ਇਹ। ਹਜੇ ਵੀ 20% ਆਬਾਦੀ ਜਿਹੜੀ ਸਾਡੀ ਰਾਤ ਨੂੰ ਭੁੱਖੀ ਸੌਂਦੀ ਹੈ। ਇਹਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ? ਤੁਸੀਂ ਜਿਹੜਾ FCI ਦਾ ਸਾਡਾ ਗਡਾਊਨਾਂ ਦੇ ਵਿੱਚ ਕਣਕ ਪਈ ਆ, ਚੌਲ ਪਏ ਆ, ਤੁਸੀਂ ਕਿਉਂ ਨਹੀਂ ਤੁਸੀਂ ਪਾਲਿਸੀਆਂ ਬਣਾਉਂਦੇ ਵੀ ਇਹ ਗਰੀਬ ਗੁਰਬੇ ਦੇ ਮੂੰਹ 'ਚ ਪਵੇ? ਉਹ ਖਰਾਬ ਤਾਂ ਹੋ ਜਾਊਗਾ, ਸਾਲ ਬਾਅਦ ਚੱਕ ਕੇ ਸੁੱਟ ਦੇਣਗੇ ਉਹਨੂੰ, ਲੇਕਿਨ ਕਿਸੇ ਗਰੀਬ ਗੁਰਬੇ ਦੇ ਮੂੰਹ 'ਚ ਨਾ ਪਵੇ। ਇੱਦਾਂ ਦੀਆਂ ਘਟੀਆਂ ਪਾਲਿਸੀਆਂ ਬਣਾਉਣ ਵਾਲੀਆਂ ਸਰਕਾਰਾਂ ਨੇ। ਇਸ ਕਰਕੇ ਜਿਹੜੇ ਸਾਡੇ NRI ਭਰਾ ਬੈਠੇ ਨੇ, ਉਹਨਾਂ ਨੂੰ ਵੀ ਮੈਂ ਅਪੀਲ ਬੇਨਤੀ ਕਰੂੰਗਾ ਵੀ ਤੁਸੀਂ ਵੀ ਇੱਧਰੋਂ ਪ੍ਰੈਸ਼ਰ ਪਾਓ। ਤੁਸੀਂ ਜਿਹੜੇ ਤੁਹਾਡੇ ਉੱਥੇ ਆਪਣੇ ਹਾਈ ਕਮਿਸ਼ਨ ਬੈਠੇ ਨੇ ਭਾਰਤ ਦੇ ਬਾਹਰਲੇ ਮੁਲਕਾਂ 'ਚ, ਉੱਥੇ ਮੈਮੋਰੰਡਮ ਦਿੱਤੇ ਜਾਣ ਵੀ ਕਿਸਾਨਾਂ ਦੇ ਮਸਲੇ ਛੇਤੀ ਤੋਂ ਛੇਤੀ ਹੱਲ ਕਰੋ। ਔਰ ਜਿਹੜੀ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕੀਤਾ ਸਾਰਾ ਕੁਝ, ਉਹਨੂੰ ਇਹ ਰੱਦ ਕੀਤਾ ਜਾਵੇ। ਔਰ ਜਿਹੜੇ ਮੈਂ ਗੱਲ ਕਰ ਰਿਹਾ ਵੀ 20% ਲੋਕ ਅੱਜ ਵੀ ਭੁੱਖੇ ਸੌਂਦੇ ਨੇ ਰਾਤ ਨੂੰ, ਉਹ ਜਿਹੜੇ ਅੰਨ ਭੰਡਾਰ ਸਾਡੇ ਭਰੇ ਹੋਏ ਨੇ, ਕਾਹਦੇ ਵਾਸਤੇ ਉਹ? ਇਸ ਕਰਕੇ ਉਹ ਅੰਨ ਜਿਹੜੇ ਨੇ, ਉਹ ਇੱਕ ਪਾਲਿਸੀ ਬਣਾਈ ਜਾਵੇ ਵੀ ਇਹ ਗਰੀਬ ਗੁਰਬੇ ਦੇ ਮੂੰਹ ਦੇ ਵਿੱਚ ਦਾਣਾ ਪਵੇ। ਅਸੀਂ ਸਾਡੇ ਪੈਸਿਆਂ ਦੇ ਨਾਲ ਲੱਖਾਂ ਹੀ ਕਰੋੜਾਂ, ਹਜ਼ਾਰਾਂ ਹੀ ਕਰੋੜ ਰੁਪਈਆ ਔਰ 'ਤੇ ਖਰਚਿਆ ਜਾਂਦਾ, ਲੇਕਿਨ ਪਾਲਿਸੀਆਂ ਜਦੋਂ ਨਕੰਮੀਆਂ ਸਰਕਾਰ ਬਣਾਉਂਦੀਆਂ ਨੇ ਤਾਂ ਫਿਰ ਉਹ ਸਾਲ ਬਾਅਦ ਡਿਸਟਰੋਏ ਹੋ ਜਾਂਦਾ, ਉਹਨੂੰ ਸੁੱਟਣਾ ਪੈਂਦਾ। ਇਸ ਕਰਕੇ NRI ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਤੁਸੀਂ ਜਿਹੜੇ ਵੀ ਮੁਲਕ 'ਚ ਬੈਠੇ ਹੋ, ਤੁਸੀਂ ਬਹੁਤ ਮਿਹਨਤ ਕਰਦੇ ਹੋ, ਉੱਥੇ ਮਿਹਨਤ ਨਾਲ ਤੁਸੀਂ ਆਪਣੀ ਮੰਜ਼ਿਲ ਪਾਈ ਆ। ਤੁਸੀਂ ਆਪਣੇ ਉੱਥੇ ਯੂਨਿਟ ਬਣਾਏ ਹੋਏ ਨੇ ਜਿਹੜੇ, ਉਹਨਾਂ ਦੇ ਰਾਹੀਂ ਹਾਈ ਕਮਿਸ਼ਨ ਨੂੰ ਤੁਸੀਂ ਉੱਥੇ ਮੈਮੋਰੰਡਮ ਦਿਓ ਵੀ ਇਹ ਕਿਸਾਨਾਂ ਦੇ ਹੱਕ ਦੀ ਗੱਲ ਕਰਨ। ਜਦੋਂ ਬਾਹਰੋਂ ਵੀ ਪ੍ਰੈਸ਼ਰ ਬਿਲਡਅਪ ਹੋਊਗਾ ਤਾਂ ਇਹ ਆਪੀ ਜਿਹੜੀ ਆ ਲਾਈਨ 'ਤੇ ਆ ਜਾਣਗੇ, ਤਾਂ ਕਿਸਾਨਾਂ ਦੇ ਜਿਹੜੇ ਮੁੱਦੇ ਆ ਉਹ ਹੱਲ ਹੋਣਗੇ ਜੀ। ਸੋ ਇਹ ਸਨ ਸਾਡੇ ਨਾਲ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਰਾਜੀਵ ਕੁਮਾਰ ਲਵਲੀ ਜੀ, ਜਿਨ੍ਹਾਂ ਨੇ ਕਿ ਅੱਜ ਕਿਸਾਨੀ ਮੁੱਦੇ ਨੂੰ ਲੈ ਕੇ ਇਸ ਚੈਨਲ ਦੇ ਰਾਹੀਂ ਚਰਚਾ ਕੀਤੀ।
ਸੋ ਤੁਸੀਂ ਇਸੇ ਤਰ੍ਹਾਂ ਨਵੀਆਂ ਖਬਰਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਔਰ ਮੈਂ ਹਰ ਵਾਰ ਕਹਿੰਦਾ ਹੁੰਦਾ ਕਿ ਕਮੈਂਟਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਆ। ਹਰ ਵਾਰ ਕਮੈਂਟਸ ਦੇ ਵਿੱਚ ਆਪਣੀ ਰਾਏ ਜੋ ਜ਼ਰੂਰ ਦਿਆ ਕਰੋ ਤਾਂ ਕਿ ਅਸੀਂ ਨਵੀਂ ਖਬਰ ਤੁਹਾਡੇ ਨਾਲ ਲੈ ਕੇ ਮੁੜ ਤੋਂ ਫਿਰ ਸ਼ਾਮਲ ਹੁੰਦੇ ਰਹੀਏ। ਸੋ ਦਿਓ ਇਜਾਜ਼ਤ, ਧੰਨਵਾਦ।